ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਖਬਰ ਜੰਕਸ਼ਨ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਨਰਿੰਦਰ ਸੱਤੀ ਜੀ। ਜੀ ਸੱਤੀ ਜੀ, ਕੀ ਹਾਲ ਚਾਲ? ਬਿਲਕੁਲ ਚੜ੍ਹਦੀ ਕਲਾ। ਚੜ੍ਹਦੀ ਕਲਾ। ਸੁਣਾਓ ਸੰਜੀਵ ਜੀ, ਮੈਂ ਵੀ ਬਿਲਕੁਲ ਠੀਕ ਠਾਕ ਆ। ਕਾਫੀ ਦਿਨਾਂ ਬਾਅਦ ਮਿਲੇ ਆ ਆਪਾਂ। ਚੰਡੀਗੜ੍ਹ ਗਏ ਹੋਏ ਸੀ ਵਿਆਹ ਤੇ ਸੀਐਮ ਸਾਹਿਬ ਦੇ। ਕਿਤੇ ਕਿਤੇ ਵਕਫਾ ਪੈ ਜਾਂਦਾ। ਸੀਐਮ ਸਾਹਿਬ ਨੇ ਜਿਹੜਾ ਨਾ ਬਹੁਤ ਸੀਮਤ ਗਿਣਤੀ ਰੱਖੀ ਸੀ, ਨਹੀਂ ਤਾਂ ਅਸੀਂ ਵੀ ਉਹਦੇ ਹਾਜ਼ਰ ਹੁੰਦੇ ਹੈ ਨਾ। ਮੈਂ ਤਾਂ ਕਿਹਾ ਮੈਂ ਪੁੱਛਾਂ ਵੀ ਕੀ ਕੁਝ ਖਾ ਪੀ ਕੇ ਆਏ ਹੋ। ਐ ਆ ਭਈ ਬਸ ਦੂਸਰਾ ਇਹ ਆ ਭਈ ਕਹਿੰਦੇ ਆ ਦੋਸਤੀਆਂ ਦੀ ਪਰਖ ਉਦੋਂ ਹੁੰਦੀ ਆ ਜਦੋਂ ਬੰਦਾ ਜਿਹੜਾ ਆ ਉਹ ਕਿਸੇ ਅਹੁਦੇ ਤੇ ਪਹੁੰਚਦਾ ਵੀ ਉਹ ਆਪਣੇ ਕਿਵੇਂ ਮਿੱਤਰਾਂ ਨੂੰ ਨਾਲ ਲੈ ਕੇ ਚੱਲਦਾ। ਹਾਂਜੀ। ਦੂਸਰਾ ਕੁਝ ਮਜਬੂਰੀਆਂ ਵੀ ਹੁੰਦੀਆਂ, ਸਹੀ ਹੈ, ਪ੍ਰੋਟੋਕੋਲ ਵੀ ਬਣ ਜਾਂਦੇ ਫੇਰ। ਤੇ ਤੀਜੀ ਗੱਲ ਇਹ ਆ ਭਈ ਵਿਆਹ ਦੇ ਵਿੱਚ ਬਹੁਤ ਸੀਮਤ ਜੀ ਹਾਜ਼ਰੀ ਸੀਗੀ। ਮੈਨੂੰ ਲੱਗਦਾ ਰਿਸ਼ਤੇਦਾਰੀਆਂ ਸੀਗੀਆਂ ਤੇ ਜਾਂ ਉਹਨਾਂ ਦੇ ਸਿਆਸੀ ਗੁਰੂ ਕੇਜਰੀਵਾਲ ਸਾਹਿਬ ਤੇ ਉਹਨਾਂ ਦਾ ਟੱਬਰ ਸੀ, ਫੈਮਿਲੀ ਸੀ ਜੀ। ਚਲੋ ਬਹੁਤ ਵਧੀਆ ਰਿਹਾ ਫਿਰ ਵੀ। ਸੋ ਚੰਡੀਗੜ੍ਹ ਨੂੰ ਲੈ ਕੇ ਮਸਲੇ ਭਖੇ ਹੋਏ ਨੇ। ਉਧਰ ਹਰਿਆਣਾ ਗਵਰਨਮੈਂਟ ਡਿਮਾਂਡ ਕਰਦੀ ਪਈ ਹੈ ਕਿ ਸਾਨੂੰ ਵੱਖਰੀ ਵਿਧਾਨ ਸਭਾ ਚਾਹੀਦੀ ਹੈ ਆਪਣੇ ਹਰਿਆਣਾ ਵਾਸਤੇ, ਔਰ ਉਹ ਵੀ ਚੰਡੀਗੜ੍ਹ ਦੇ ਵਿੱਚ ਚਾਹੀਦੀ ਹੈ। ਪਹਿਲਾਂ ਹਾਈ ਕੋਰਟ ਦੀ ਵੀ ਗੱਲ ਹੋ ਚੁੱਕੀ ਹੈ ਕਿ ਸਾਨੂੰ ਹਾਈ ਕੋਰਟ ਵੀ ਚਾਹੀਦਾ ਹੈ ਹਰਿਆਣਾ ਵਾਸਤੇ, ਉਹ ਵੀ ਵੱਖਰੀ ਬਿਲਡਿੰਗ ਚਾਹੀਦੀ ਹੈ। ਸੋ ਇਹ ਮਸਲਾ ਕੀ, ਕਿਉਂਕਿ ਚੰਡੀਗੜ੍ਹ ਤਾਂ ਆਪਾਂ ਕਾਫੀ ਦੇਰ ਤੋਂ ਗੱਲਬਾਤ ਕਰ ਰਹੇ ਹਾਂ। ਮਸਲਾ ਇਹ ਹੈ ਕਿ ਸਾਨੂੰ ਪੰਜਾਬ ਨੂੰ ਮਿਲਣਾ ਚਾਹੀਦਾ, ਪਰ ਜੇ ਹਰਿਆਣਾ ਦੇ ਵਿੱਚ ਕਾਬਜ਼ ਹੋ ਜਾਂਦਾ ਤੇ ਫਿਰ ਪੰਜਾਬ ਨੂੰ ਮਿਲਣ ਦਾ ਰਾਹ ਪੱਧਰਾ ਨਹੀਂ ਰਹਿਣਾ। ਗੱਲ ਇਹ ਆ ਸੰਜੀਵ ਜੀ ਭਈ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਸੀ। ਹਾਂਜੀ। ਤੇ ਬਣਿਆ ਵੀ ਕਾਹਦਾ ਸੀ? ਉਦੋਂ ਲੋਕ ਸਮਝਦੇ ਹੁੰਦੇ ਸੀ ਯਾਰ ਆਜ਼ਾਦ ਆ, ਉੱਥੇ ਕੋਈ ਜਾਣ ਨੂੰ ਤਿਆਰ ਨਹੀਂ ਸੀ ਹੁੰਦਾ। ਚੰਡੀਗੜ੍ਹ ਵੀ ਇਦਾਂ ਹੀ ਕਾਂ ਬੋਲਦੇ ਸੀਗੇ ਹੈ ਨਾ। ਪਹਿਲਾਂ ਸੈਕਟਰ 21 ਬਣਦਾ, 22 ਬਣਦੇ ਆ, 17 ਬਣਦੇ ਆ, ਫਿਰ ਵਿਧਾਨ ਸਭਾ ਬਣਦੀ ਆ, ਸੈਕਟਰੀਏਟ ਦੀ ਬਿਲਡਿੰਗ ਬਣਦੀ ਆ, ਹਾਈ ਕੋਰਟ ਬਣਦੀ ਆ। ਹੌਲੀ ਹੌਲੀ ਵਿਕਸਿਤ ਹੋ ਗਿਆ, ਡਿਵੈਲਪ ਹੋਇਆ ਬਹੁਤ। ਤੇ ਰੌਲਾ ਉਦੋਂ ਹੀ ਪੈਣ ਲੱਗ ਪਿਆ ਵੀ ਚੰਡੀਗੜ੍ਹ ਜਿਹੜਾ ਹੈ ਨਾ ਉਹ ਪੰਜਾਬ ਦਾ ਹੀ ਹੋਣਾ ਚਾਹੀਦਾ। ਫਿਰ ਵਿੱਚ ਹਰਿਆਣੇ ਨੂੰ ਲਿਆਣ ਕੇ ਅੜਾ ਲਿਆ। ਹਾਈ ਕੋਰਟ ਸਾਂਝੀ, ਵਿਧਾਨ ਸਭਾ ਦੀ ਬਿਲਡਿੰਗ ਸਾਂਝੀ, ਸੈਕਟਰੀਏਟ ਸਾਂਝਾ ਹੈ ਨਾ। ਤੇ ਅਸੀਂ ਜਦੋਂ ਸਕੂਲ 'ਚ ਪੜ੍ਹਦੇ ਸੀ ਛੋਟੇ ਹੁੰਦੇ, ਉਦੋਂ ਵੀ ਇਹ ਨਾਅਰੇ ਲੱਗਦੇ ਹੁੰਦੇ ਸੀਗੇ, ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਤੇ ਚੰਡੀਗੜ੍ਹ ਨੂੰ ਪੰਜਾਬ 'ਚ ਸ਼ਾਮਲ ਕਰਵਾਉਣ ਲਈ ਜਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਧਰਨੇ, ਮੁਜ਼ਾਹਰੇ, ਮੋਰਚੇ ਲੱਗਦੇ ਰਹੇ ਆ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਾਲੇ ਬਹੁਤ ਸਰਗਰਮ ਰਹੇ ਆ। ਫਿਰ ਤੁਸੀਂ ਦੇਖ ਲਓ ਵੀ ਚੰਡੀਗੜ੍ਹ ਦੇ ਵਿੱਚ ਜਿਹੜੀ ਅਫਸਰਸ਼ਾਹੀ ਆ ਉਹਦਾ ਅਨੁਪਾਤ ਪਈ। ਹਰਿਆਣੇ ਦੇ ਦੇਖਣ 'ਚ ਇੱਦਾਂ ਆਉਂਦਾ ਵੀ ਜ਼ਿਆਦਾ ਅਫਸਰ ਨੇ, ਪੰਜਾਬ ਦੇ ਘੱਟ ਆ, ਉਹਦਾ ਵੀ ਰੌਲਾ ਪੈਂਦਾ ਰਹਿੰਦਾ ਹੈ ਨਾ। ਫਿਰ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰਨ ਦਾ ਰੌਲਾ ਪੈਂਦਾ ਰਹਿੰਦਾ। ਫਿਰ ਇਮਾਰਤਾਂ ਦਾ ਰੌਲਾ ਪੈ ਜਾਂਦਾ ਪਈ ਜੀ, ਹਰਿਆਣੇ ਦੀ ਹਾਈ ਕੋਰਟ ਵੱਖਰੀ ਹੋਵੇ, ਹਰਿਆਣੇ ਦੀ ਵਿਧਾਨ ਸਭਾ ਵੱਖਰੀ ਹੋਵੇ, ਹਰਿਆਣੇ ਦਾ ਜਿਹੜਾ ਸੈਕਟਰੀਏਟ ਆ, ਸਕੱਤਰੇਤ ਆ, ਉਹ ਵੱਖਰਾ ਹੋਵੇ ਹੈ ਨਾ। ਤੇ ਇੱਦਾਂ ਦੇ ਰੌਲੇ ਪੈਂਦੇ ਰਹਿੰਦੇ ਅਕਸਰ। ਹੁਣ ਕੀ ਹੋਇਆ ਭਈ ਅਮਿਤ ਸ਼ਾਹ ਜਿਹੜੇ ਆਪਣੇ ਗ੍ਰਹਿ ਮੰਤਰੀ ਆ, ਉਹਨਾਂ ਦਾ ਤਾਜ਼ਾ ਹੀ ਬਿਆਨ ਆਇਆ ਹੈਗਾ ਭਈ ਹਰਿਆਣਾ ਦਾ ਜਿਹੜਾ ਵਿਧਾਨ ਸਭਾ ਆ ਉਹਦੇ ਲਈ ਉਹਨੂੰ ਵੱਖਰਾ ਥਾਂ ਦਿੱਤਾ ਜਾਊਗਾ ਤੇ ਪੰਜਾਬ ਨਾਲੋਂ ਅੱਡ ਬਣੂਗੀ। ਇਹ ਥਾਂ ਕਿੱਥੇ ਦਿੱਤਾ ਜਾਊਗਾ? ਚੰਡੀਗੜ੍ਹ 'ਚ ਹੀ ਦਿੱਤਾ ਜਾਊਗਾ। ਸੋ ਹਰਿਆਣਾ ਐਡਾ ਵੱਡਾ ਸੂਬਾ ਆ, ਉਹਦੇ ਸ਼ਹਿਰ ਵੀ ਪੰਜਾਬ ਦੇ ਸ਼ਹਿਰਾਂ ਨਾਲੋਂ ਕਈ ਗੁਣਾ ਵੱਡੇ ਨੇ। ਤੁਸੀਂ GT ਰੋਡ ਹੀ ਦੇਖ ਲਓ, ਸੋਨੀਪਤ, ਕਰਨਾਲ, ਅੰਬਾਲਾ ਲਾ ਲਓ। ਦੂਜੇ ਵੱਡੇ ਸ਼ਹਿਰ ਦੇਖ ਲਓ, ਜੀਂਦ ਹੈ, ਰੋਹਤਕ ਹੈ, ਰਵਾੜੀ ਹੈ, ਜਾਂ ਹੋਰ ਸੋਨੀਪਤ ਆ, ਪਾਣੀਪਤ, ਕਰਨਾਲ ਨੇ ਹੈ ਨਾ। ਜਾਂ ਇਹ ਸਾਰੇ ਸ਼ਹਿਰ ਤੁਸੀਂ ਗਿਣ ਲਓ। ਹਰਿਆਣਾ ਜਿਹੜਾ ਆ ਨਾ ਕਈ ਮਾਮਲਿਆਂ ਦੇ ਵਿੱਚ ਆਰਥਿਕ ਤੌਰ 'ਤੇ ਵੀ ਸਾਡੇ ਤੋਂ ਅੱਗੇ ਆ ਹੈ ਨਾ। ਤੇ ਹਰਿਆਣੇ ਦੇ ਵਿੱਚ ਇੰਨੀ ਥਾਂ ਪਈ ਆ, ਪੰਚਕੂਲੇ 'ਚ ਪਈ ਆ, ਹੋਰ ਥਾਵਾਂ 'ਤੇ ਪਈ ਆ। ਪਿੱਛੇ ਜਿਹਾ ਰੌਲਾ ਪੈਂਦਾ ਸੀ ਵੀ ਪੰਚਕੂਲਾ ਦੇ ਵਿੱਚ ਕੋਈ ਯੋਗ ਥਾਂ ਦਿੱਤੀ ਜਾਵੇ ਉਹਦੇ ਲਈ, ਪਰ ਉੱਥੇ ਵੀ ਬਣ ਸਕਦਾ, ਉੱਥੇ ਵੀ ਬਣ ਸਕਦਾ। ਪਰ ਹਾਕਮ ਜਿਹੜੇ ਆ ਨਾ ਉਹ ਆਮ ਤੌਰ 'ਤੇ ਕੋਈ ਨਾ ਕੋਈ ਘੁੰਡੀ ਆਪਣੇ ਹੱਥ ਰੱਖਦੇ ਨੇ। ਤਾਂ ਉਹ ਇੱਦਾਂ ਵੀ ਚਾਹੁੰਦੇ ਹੁੰਦੇ ਆ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਿੰਜੜੀ ਛਿੜੀ ਰਹੇ ਤਾਂ ਕਿ ਮਤਲਬ ਟਿਕ ਟਕਾ ਨਾ ਹੋਵੇ। ਇਹ ਜਿਹੜੀ ਅਫਰਾ ਤਫਰੀ ਆ ਨਾ, ਜਿਹੜੀ ਬੇਚੈਨੀ ਆ, ਇਹ ਹਾਕਮਾਂ ਦੇ ਹੱਕ 'ਚ ਭੁਗਤਦੀ ਹੁੰਦੀ। ਦੇਖੋ ਨਾ, ਪਹਿਲਾਂ EMPLOYEES ਨੂੰ ਵੀ ਸੈਂਟਰ ਗਵਰਨਮੈਂਟ ਦੇ EMPLOYEE, ਉਹ ਤੁਸੀਂ ਦੇਖੋ ਹਾਂ, ਸ਼ਰਤਾਂ ਜਿਹੜੀਆਂ ਸੇਵਾ ਸ਼ਰਤਾਂ ਆ, ਉਹ ਨਿਯਮ ਜਿਹੜੇ ਕੇਂਦਰ ਵਾਲੇ, ਉਹ ਵੀ ਫੈਸਿਲਿਟੀਆਂ ਆਪਾਂ ਦੇਖੀਆਂ। ਬਿਲਕੁਲ। ਹੁਣ ਇੱਕ ਨਵੀਂ ਗੱਲ, ਹੁਣ ਇਹ ਤਾਂ ਨਹੀਂ ਕਿ ਸੈਂਟਰ ਵਿੱਚ ਵੀ BJP, ਹਰਿਆਣੇ ਵਿੱਚ ਵੀ BJP, ਬਿਲਕੁਲ। ਤੇ ਫਿਰ ਬੈਨੀਫਿਟ ਤਾਂ ਦੇਣਾ ਬਣਦਾ ਹੀ ਹੈ ਨਾ। ਬਣਦਾ ਕਿਉਂਕਿ ਉਹਨਾਂ ਦੀ ਸਰਕਾਰ ਆ ਨਾ। ਬਿਲਕੁਲ ਸਰਕਾਰ ਹੈ, ਪਰ ਇਹ ਕਿਤੇ ਨਾ ਕਿਤੇ ਸੰਵਿਧਾਨ ਦੇ ਜਾਂ ਫੈਡਰਲ ਸਿਸਟਮ ਦੇ ਖਿਲਾਫ ਨਹੀਂ ਜਾ ਰਹੀ ਗੱਲ
ਕਿਉਂਕਿ ਜਦੋਂ ਆਪਾਂ ਇੱਕ ਵਾਰੀ ਇਸ ਚੀਜ਼ ਨੂੰ ਡਿਸਾਈਡ ਕਰਦੇ ਪਏ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਕਿ ਨਹੀਂ ਚਾਹੀਦਾ, ਤੇ ਫਿਰ ਇਸ ਤੋਂ ਬਾਅਦ ਤਾਂ ਤੁਸੀਂ ਸਵਾਲ ਵੀ ਨਹੀਂ ਉਠਾ ਸਕਦੇ, ਕਿਉਂਕਿ ਉਹਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਤੇ ਹਰਿਆਣਾ ਦਾ ਹਾਈ ਕੋਰਟ ਆ ਜਾਏਗਾ, ਤੇ ਫਿਰ ਤੇ ਚੰਡੀਗੜ੍ਹ ਗਿਆ ਹੱਥੋਂ। ਬਿਲਕੁਲ, ਦੇਖੋ ਚੰਡੀਗੜ੍ਹ ਇਹਨਾਂ ਦੀ ਨਾ ਜਿਹੜੀ ਮਨਸ਼ਾ ਆ ਕਿਸੇ ਵੀ ਸਰਕਾਰ ਦੀ, ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਆਈਆਂ ਕੇਂਦਰ ਦੇ ਵਿੱਚ ਤੇ ਚਾਹੇ ਹੁਣ ਭਾਜਪਾ ਆ ਦੂਜੀ ਵਾਰੀ ਸਰਕਾਰ ਬਣਾ ਚੁੱਕੇ ਆ, ਮੈਨੂੰ ਲੱਗਦਾ ਇਹਨਾਂ ਦੀ ਮਨਸ਼ਾ ਜਿਹੜੀ ਆ ਨਾ ਉਹ ਸਾਫ਼ ਨਹੀਂ। ਸਰਕਾਰ ਚਾਹੁੰਦੀ ਨਹੀਂ ਪੰਜਾਬ ਨੂੰ ਦੇਣਾ। ਇੰਨੀਆਂ ਕੁਰਬਾਨੀਆਂ ਤੁਸੀਂ ਦੇਖ ਲਓ ਭਈ ਪੰਜਾਬੀਆਂ ਨੇ ਦਿੱਤੀਆਂ, ਇੰਨੇ ਧਰਨੇ ਮੁਜ਼ਾਹਰੇ। ਹੁਣ ਵੀ ਜਿਹੜਾ 17 ਦਾ ਪਲਾਜ਼ਾ ਆ ਉੱਥੇ ਦੀਪਕ ਸ਼ਰਮਾ ਚਨਾਰਥਲ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਸਕੂਲਾਂ ਕਾਲਜਾਂ ਦੇ ਇਕੱਠੇ ਹੋ ਕੇ ਧਰਨੇ ਲਾਉਂਦੇ ਨੇ, ਚੱਲਦੇ ਪਏ, ਮੁਜ਼ਾਹਰੇ ਕਰਦੇ ਆ, ਮਾਰਚ ਕਰਦੇ ਆ ਚੰਡੀਗੜ੍ਹ ਦੇ ਵਿੱਚ। ਪਰ ਜਿਹੜੀ ਆ ਹੁਕਮਰਾਨ ਆ ਉਹਨਾਂ ਤੇ ਕੋਈ ਅਸਰ ਨਹੀਂ ਹੈਗਾ ਇਹਨਾਂ ਦੇਖੋ ਨਾ, ਪੰਜਾਬ ਯੂਨੀਵਰਸਿਟੀ ਦਾ ਵੀ ਰੇੜਕਾ ਪਾ ਕੇ ਬੈਠੇ ਹੋਏ ਨੇ, ਬਿਲਕੁਲ। ਉਹਦਾ ਕੀ ਕਰਨਾ? ਉਹਦੇ ਬਾਰੇ ਵੀ ਹੁਣ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕਰਨਾ ਪਿਆ ਪੰਜਾਬ ਸਰਕਾਰ ਨੂੰ ਭਈ ਜਿਹੜੀ ਯੂਨੀਵਰਸਿਟੀ ਆ ਉਹ ਪੰਜਾਬ ਦੇ ਹੱਥਾਂ 'ਚ ਹੀ ਰਹੇ। ਦੇਖੋ ਮਾਨਸਿਕ ਤੌਰ ਤੇ ਕਿੰਨੇ ਲੋਕ ਉਸ ਯੂਨੀਵਰਸਿਟੀ ਨਾਲ ਜੁੜੇ ਆ, ਉਸ ਕੈਂਪਸ ਨਾਲ ਜੁੜੇ ਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ। ਪੰਜਾਬ ਦੇ ਹਜ਼ਾਰਾਂ ਲੱਖਾਂ ਵਿਦਿਆਰਥੀ ਉੱਥੇ ਪੜ੍ਹੇ ਆ, ਔਰ ਕਦੋਂ ਤੋਂ ਮਤਲਬ ਵੰਡ ਤੋਂ ਬਾਅਦ ਵੀ ਜਿਹੜੀ ਆ ਯੂਨੀਵਰਸਿਟੀ, ਚਾਹੇ ਉਹ ਪਹਿਲਾਂ ਉਹਦਾ ਕੈਂਪਸ ਗਵਰਨਮੈਂਟ ਕਾਲਜ ਹੁਸ਼ਿਆਰਪੁਰ, ਫਿਰ ਸ਼ਿਮਲੇ ਵੀ ਰਿਹਾ, ਫਿਰ ਆਣ ਕੇ ਚੰਡੀਗੜ੍ਹ ਦੇ ਵਿੱਚ ਸਥਾਪਿਤ ਹੋਈ ਆ, ਔਰ ਕਿੰਨਿਆਂ ਲੋਕਾਂ ਦੀਆਂ ਯਾਦਾਂ ਭਾਵਨਾਵਾਂ ਉਸ ਯੂਨੀਵਰਸਿਟੀ ਨਾਲ ਜੁੜੀਆਂ। ਬਿਲਕੁਲ, ਲਾਹੌਰ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਹੈ, ਕਾਫੀ ਲੰਬਾ ਸਫ਼ਰ ਤੈਅ ਕੀਤਾ ਯੂਨੀਵਰਸਿਟੀ ਨੇ ਵੀ, ਤੇ ਸਾਡੀ ਰਾਜਧਾਨੀ ਨੇ ਵੀ ਲਾਹੌਰ ਤੋਂ ਚੰਡੀਗੜ੍ਹ ਤੱਕ ਆਈ ਹੈ। ਬਿਲਕੁਲ, ਸਾਡੇ ਸਫ਼ਰ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਹ ਜਦੋਂ ਇਕਨੋਮਿਕਸ ਦੀ ਐਮਏ ਕਰ ਰਹੇ ਸੀ ਉਦੋਂ ਕੈਂਪਸ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਸੀਗਾ। ਬਿਲਕੁਲ, ਔਰ ਬਾਅਦ ਦੇ ਵਿੱਚ ਉਹ ਇਕਨੋਮਿਕਸ ਦੇ ਪ੍ਰੋਫੈਸਰ ਵੀ ਰਹੇ ਆ ਚੰਡੀਗੜ੍ਹ ਕੈਂਪਸ ਦੇ ਵਿੱਚ। ਔਰ ਤੁਸੀਂ ਵੀ ਅੱਜ ਸਾਡੇ ਜੋ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਰੰਗ ਦੀ ਜਿਹੜੀ ਦਸਤਾਰ ਸਜਾਈ ਹੋਈ ਹੈ, ਤੁਹਾਨੂੰ ਯਾਦ ਤੇ ਆਉਣਾ ਕੁਦਰਤੀ ਹੈ। ਉਹ ਸਕਾਈ ਬਲੂ ਪੱਗ ਉਹਨਾਂ ਦੀ ਬੜੀ ਮਨਪਸੰਦ, ਔਰ ਹਮੇਸ਼ਾ ਉਹੀ ਪੱਗ ਬੰਨਦੇ ਹੁੰਦੇ ਸੀ ਜੀ। ਚਲੋ ਇਹ ਮਾਮਲਾ ਨਿਬੜੇ ਕਿਸੇ ਤਰ੍ਹਾਂ ਔਰ ਕਿਸੇ ਪਾਸੇ ਲੱਗੀਏ ਤਾਂ ਬਿਲਕੁਲ ਕਲੀਅਰ ਹੋਵੇ। ਔਰ ਕਹਿੰਦੇ ਨੇ ਕਿ ਕੋਈ ਸਪੈਸ਼ਲ ਮੀਟਿੰਗ ਵੀ ਹੋਣ ਵਾਲੀ ਹੈ ਜਿਹਦੇ ਵਿੱਚ SYL ਦਾ ਮੁੱਦਾ ਵੀ ਛੇੜਿਆ ਜਾਊਗਾ। ਬਿਲਕੁਲ, ਖੈਰ ਇੱਕ ਨਵਾਂ ਮੁੱਦਾ ਜਿਹੜਾ ਮਗਿਆ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਕਿ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ ਇੱਕ ਕਮੇਟੀ ਬਣਾਈ ਜਾ ਰਹੀ ਹੈ। ਉਧਰ ਮਾਨ ਸਾਹਿਬ ਦਾ ਵਿਆਹ ਹੋ ਰਿਹਾ, ਇੱਧਰ ਐਡਵਾਈਜ਼ਰੀ ਕਮੇਟੀ, ਇੱਕ ਤਰ੍ਹਾਂ ਦੀ ਐਡਵਾਈਜ਼ਰੀ ਕਮੇਟੀ। ਦੇਖੋ ਇੱਧਰ ਨੋਟੀਫਿਕੇਸ਼ਨ ਵੀ ਹੋ ਗਈ ਵਿਆਹ ਦੇ ਵਿੱਚ ਹੀ। ਬਿਲਕੁਲ, ਦੇਖੋ ਇਹਦੇ ਬਾਰੇ ਨਾ ਦੋ ਰਾਵਾਂ ਆ। ਸਲਾਹ ਲੈਣੀ ਤਾਂ ਕੋਈ ਹਰਜ ਨਹੀਂ, ਸਿਆਣੇ ਕਹਿੰਦੇ ਹੁੰਦੇ ਆ ਵੀ ਯਾਰ ਤੂੰ ਕੰਧ ਨੂੰ ਪੁੱਛ ਲੈਣਾ ਸੀ, ਹਨਾ, ਪਈ ਹੋਰ ਨਹੀਂ ਤਾਂ ਕੰਧ ਨੂੰ ਹੀ ਪੁੱਛ ਲੈਣਾ ਸੀ। ਤੇ ਪਰ ਜਿਹੜੇ ਵਿਰੋਧੀ ਨੇ ਜਾਂ ਮੁਖਾਲਫਤ ਕਰਦੇ ਆ ਇਸ ਗੱਲ ਦੀ, ਉਹ ਕਹਿੰਦੇ ਆ ਵੀ ਫਿਰ ਪੰਜਾਬ ਸਰਕਾਰ ਦੀ ਕੋਈ ਹੋਂਦ ਨਹੀਂ, ਪੰਜਾਬ ਦੇ ਜਿਹੜੇ ਵਜ਼ੀਰ ਆ, ਪੰਜਾਬ ਦੇ ਜਿਹੜੇ MLA ਸਾਹਿਬਾਨ ਨੇ, ਉਹਨਾਂ ਦਾ ਫਿਰ ਕੀ ਰੋਲ ਰਹਿ ਜਾਊਗਾ ਜੇ ਐਡਵਾਈਜ਼ਰੀ ਕਮੇਟੀ ਬਣਾਉਣੀ ਹੈ। ਬਿਲਕੁਲ, ਚੇਅਰਮੈਨ ਕਹਿੰਦੇ ਨੇ ਰਾਘਵ ਚੱਡਾ ਹੋਣਗੇ। ਬਿਲਕੁਲ, ਔਰ ਰਾਘਵ ਚੱਡੇ ਦੀ ਬਾਰ-ਬਾਰ ਜਿਹੜੀ ਦਖਲਅੰਦਾਜ਼ੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ, ਉਹਨੂੰ ਕੋਈ ਬਹੁਤਾ ਪੰਜਾਬੀ ਐਕਸੈਪਟ ਨਹੀਂ ਕਰ ਰਹੇ। ਬਿਲਕੁਲ ਐਕਸੈਪਟ ਨਹੀਂ ਕਰ ਰਹੇ। ਔਰ ਇਹ ਸੋਚਣ ਵਾਲੀ ਗੱਲ ਹੈ ਕਿ ਵਾਈ ਰਾਘਵ ਚੱਡਾ, ਵਾਈ ਮਤਲਬ ਉਸ ਪਰਸਨ 'ਚ ਐਸੀ ਕੀ ਖਾਸੀਅਤ ਹੈ ਕਿ ਉਹਨੂੰ ਇੰਨੀ ਤਰਜੀਹ ਦਿੱਤੀ ਜਾ ਰਹੀ ਹੈ? ਬਿਲਕੁਲ, ਕੀ ਬੈਕਗ੍ਰਾਉਂਡ ਕੀ ਹੈ ਸਾਰੀ ਗੱਲ ਦੀ? ਉਹ ਦੇਖੋ ਜਿਹੜੀ ਸਾਰੀ ਗੱਲਬਾਤ ਆ ਵੀ ਉਹਨੂੰ ਕੇਜਰੀਵਾਲ ਦੇ ਟੱਬਰ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਨਾ, ਭਈ ਕੱਲ ਨੂੰ ਇਹਨਾਂ ਦੀਆਂ ਸਕੀਰੀਆਂ ਬਣਦੀਆਂ, ਕੋਈ ਰਿਸ਼ਤੇਦਾਰੀ ਬਣਦੀ ਆ, ਹੈ ਨਾ। ਦੂਸਰਾ ਇਹ ਆ ਭਈ ਜਿਹੜੀ ਪੁਸ਼ਤ ਪਨਾਹੀ ਇੱਕ ਬੰਦੇ ਦੀ ਹੋ ਰਹੀ ਆ ਰਾਘਵ ਚੱਡਾ ਦੀ, ਹਰ ਮਾਮਲੇ ਦੇ ਵਿੱਚ ਉਹਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਜਾ ਰਿਹਾ। ਹੁਣ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਸਿੱਧੀ ਦਖਲਅੰਦਾਜ਼ੀ ਆ ਵੀ ਆਹ ਕਮੇਟੀ ਬਣੂਗੀ ਜੀ, ਐਡਵਾਈਜ਼ਰੀ ਕਮੇਟੀ। ਸਲਾਹ ਦੀ ਕੀ ਲੋੜ ਪੈ ਗਈ? ਇਹਦਾ ਮਤਲਬ ਵੀ ਪੰਜਾਬ ਦੇ ਜਿਹੜੀ ਅਫਸਰਸ਼ਾਹੀ ਆ, ਐਡਮਿਨਿਸਟ੍ਰੇਸ਼ਨ ਆ, ਉਹ ਕਿਸੇ ਕੰਮ ਦੀ ਨਹੀਂ, ਉਹਦੇ ਤੇ ਸਵਾਲੀਆ ਚਿੰਨ੍ਹ ਲੱਗ ਜਾਵੇ, ਹੈ ਨਾ। ਤਾਂ ਇਹ ਤਾਂ ਉਹਨਾਂ ਦੀ ਜਿਹੜੀ ਕਾਰਜ ਕੁਸ਼ਲਤਾ, ਜਿਹੜੀ ਉਹਨਾਂ ਦੀ ਸਕਿੱਲ ਹੈ, ਜਾਂ ਜਿਹੜੀ ਉਹਨਾਂ ਦੀ ਵਿਦਵਤਾ ਆ ਪੰਜਾਬ ਦੇ ਅਫਸਰਾਂ ਦੀ, ਜਾਂ ਪੰਜਾਬ ਦੀ ਅਫਸਰਸ਼ਾਹੀ ਦੀ ਕਹਿ ਲਓ, ਐਡਮਿਨਿਸਟ੍ਰੇਸ਼ਨ ਦੀ ਕਹਿ ਲਓ, ਉਸ ਸਭ ਕੁਝ ਤੇ ਸਵਾਲੀਆ ਚਿੰਨ੍ਹ ਲਾਉਣ ਦੇ ਤੁੱਲ ਹੈ। ਇੱਕ ਨਾ ਸਤੀ ਜੀ ਇਹ ਵੀ ਗੱਲ ਹੋਈ ਸੀ ਕਿ ਪਿੱਛੇ ਥੋੜੇ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਬੜੀ ਵਾਇਰਲ ਹੋ ਰਹੀ ਸੀ ਇੱਕ ਖਬਰ ਕਿ ਡਿਪਟੀ CM ਬਣਨਗੇ ਰਾਘਵ ਚੱਡਾ। ਹਾਲਾਂਕਿ ਉਹਨਾਂ ਨੇ ਕਿਹਾ ਕਿ ਨਹੀਂ,
ਜੇ ਇੱਕ ਤਰ੍ਹਾਂ ਦੇਖਿਆ ਜਾਵੇ ਤੇ ਜੇ ਐਡਵਾਈਜ਼ਰੀ ਕਮੇਟੀ ਇਦਾਂ ਦੇ ਦੀਆਂ ਚੇਅਰਮੈਨ ਨੇ ਆਵਾਜ਼ਾਂ ਇਦਾਂ ਦੀਆਂ ਬਹੁਤ ਸੀ ਬਹੁਤ ਅਫਵਾਹਾਂ ਸੀਗੀਆਂ। ਜਿਹੜੀਆਂ, ਹਾਂਜੀ। ਤੇ ਦੂਜੀ ਗੱਲ ਇਹ ਹੈ ਕਿ ਜੇ ਇਦਾਂ ਆਪਾਂ ਦੇਖੀਏ ਕਿ ਜਿਹੜੀ ਐਡਵਾਈਜ਼ਰੀ ਕਮੇਟੀ ਬਣਨੀ ਹੈ, ਜੇ ਉਹਦੇ ਚੇਅਰਮੈਨ ਬਣਦੇ ਨੇ ਤਾਂ ਇਹ ਵੀ ਇੰਡਾਇਰੈਕਟਲੀ ਇਹ ਡਿਪਟੀ ਸੀਐਮ ਵਾਲਾ ਹੀ ਕੰਮ ਆ। ਤੇ ਕੱਲ ਨੂੰ ਜਿਹੜਾ ਯੋਜਨਾ ਕਮਿਸ਼ਨ ਹੋਏਗਾ ਪੰਜਾਬ ਦਾ, ਬਿਲਕੁਲ ਉਹਦੇ ਵੀ ਮੈਂਬਰ ਬਣਨਗੇ, ਕਿਉਂਕਿ ਉਹਦਾ ਪ੍ਰਧਾਨ ਤੇ ਹਮੇਸ਼ਾ ਸੀਐਮ ਹੀ ਹੁੰਦਾ, ਸੀਐਮ ਹੁੰਦਾ ਉਹ ਸੀਐਮ ਹੀ ਹੋਣਗੇ। ਪਰ ਜਦੋਂ ਉਹਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਹੋ ਜਾਂਦੀ ਹੈ ਜੀ, ਇਹ ਕਿਤੇ ਨਾ ਕਿਤੇ ਦਖਲਅੰਦਾਜ਼ੀ ਹੈ। ਅੱਛਾ, ਕੁਝ ਲੋਕ ਜਿਵੇਂ ਤੁਸੀਂ ਕਿਹਾ ਨਾ ਕਿ ਉਹ ਸਕੀਰੀਆਂ ਵਾਲੀ ਗੱਲ, ਤੁਸੀਂ ਰਿਸ਼ਤੇਦਾਰੀਆਂ ਵਾਲੀ ਗੱਲ ਕੀਤੀ ਹੈ, ਇਦਾਂ ਕੁਝ ਸਿਆਸੀ ਮਾਹਿਰ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ, ਇਸ ਵਕਤ ਰੂਲਿੰਗ ਪਾਰਟੀ ਹੈ ਸਾਡੀ ਪੰਜਾਬ ਦੀ, ਉਹ ਬੀਜੇਪੀ ਦੀ ਬੀ ਪਾਰਟੀ ਹੈ ਔਰ ਇਹਨਾਂ ਦੇ ਥਰੂ ਬੀਜੇਪੀ ਖੁਦ ਰੂਲ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਸਟਰੋਂਗ ਹੋਏਗੀ ਪੰਜਾਬ ਦੇ ਵਿੱਚ। ਔਰ ਜਿਹੜੀ ਐਡਵਾਈਜ਼ਰੀ ਕਮੇਟੀ ਬਣ ਰਹੀ ਹੈ ਜਿਹਦੇ ਪ੍ਰਧਾਨ ਰਾਘਵ ਚੱਡਾ ਹੋਣਗੇ, ਐਕਚੁਅਲੀ ਇਹ ਬੀਜੇਪੀ ਦੀ ਹੀ ਐਡਵਾਈਜ਼ਰੀ ਕਮੇਟੀ ਹੋਏਗੀ ਔਰ ਪੰਜਾਬ ਨੂੰ ਸੰਭਾਲੇਗੀ ਕਿੱਦਾਂ? ਦੇਖੋ, ਬੀ ਟੀਮ ਆਪ ਦੇ ਪੰਜਾਬ ਮਤਲਬ ਭਾਜਪਾ ਦੀ ਬੀ ਟੀਮ ਹੋਣ ਬਾਰੇ ਤਾਂ ਬਹੁਤ ਚਿਰ ਤੋਂ ਇਹ ਗੱਲਾਂ ਚੱਲਦੀਆਂ ਚੱਲਦੀਆਂ ਮਤਲਬ ਮਾਹਿਰਾਂ ਦਾ ਇਹ ਸਾਰਾ ਵਿਸ਼ਲੇਸ਼ਣ ਹੈ ਸਾਰਾ। ਤੇ ਕਈ ਵਾਰੀ ਇਦਾਂ ਲੱਗਦਾ ਵੀ ਇਹ ਜਿਹੜਾ ਭਾਜਪਾ ਜਾਂ ਆਪ ਦਾ ਵਿਰੋਧ ਆਪਾਂ ਦੇਖਦੇ ਆਂ ਵੀ ਇਹ ਓਪਰਾ ਵਿਰੋਧ ਆ, ਅੰਦਰ ਖਾਤੇ ਇਹ ਸਾਰੇ ਇੱਕੋ ਹੀ ਆ, ਕੋਈ ਨਹੀਂ, ਡਰਾਮੇਬਾਜ਼ੀ ਹੈ, ਡਰਾਮੇਬਾਜ਼ੀ ਆ। ਦੂਸਰੀ ਗੱਲ, ਜਿਹੜਾ ਤੁਸੀਂ ਖਦਸ਼ਾ ਪ੍ਰਗਟਾਇਆ ਜਾਂ ਲੋਕ ਖਦਸ਼ਾ ਪ੍ਰਗਟਾ ਰਹੇ ਆ ਵੀ ਇਹ ਅਸਿੱਧੇ ਤੌਰ ਤੇ ਰਾਘਵ ਚੱਡਾ ਉਹ ਭਾਜਪਾ ਦੀਆਂ ਨੀਤੀਆਂ ਨੂੰ ਹੀ ਲਾਗੂ ਕਰੂਗਾ, ਇਹ ਮਾਹਿਰ ਮੰਨਦੇ ਨੇ, ਮਾਹਿਰ ਮੰਨਦੇ ਆ। ਤਾਂ ਜੇ ਅਜਿਹਾ ਹੁੰਦਾ ਤੇ ਇਹ ਪੰਜਾਬ ਲਈ ਬਹੁਤ, ਪੰਜਾਬ ਲਈ ਜਾਨੀ ਕਿ ਬਦਕਿਸਮਤੀ ਵਾਲੀ ਗੱਲ ਹੋਊਗੀ, ਮੈਂ ਕਹਾਂਗਾ, ਜੇ ਇਸ ਤਰ੍ਹਾਂ ਅਸਿੱਧੇ ਢੰਗ ਨਾਲ ਇੱਥੇ ਭਾਜਪਾ ਰਾਜ ਕਰਦੀ ਆ। ਕਿਉਂਕਿ ਲੋਕਾਂ ਨੇ ਭਾਜਪਾ ਨੂੰ ਦਰਕਨਾਰ ਕੀਤਾ ਹੈਗਾ, ਭਾਜਪਾ ਨੂੰ ਨਕਾਰਿਆ ਹੈਗਾ, ਬਲਕਿ ਅਕਾਲੀਆਂ ਕਾਂਗਰਸੀਆਂ ਨੂੰ ਵੀ ਨਕਾਰਿਆ ਲੋਕਾਂ ਨੇ। ਆਪ ਤੇ ਕਿੰਨਾ ਭਰੋਸਾ ਕਰਕੇ ਲੋਕਾਂ ਨੇ ਵੋਟਾਂ ਪਾਈਆਂ, 92 ਸੀਟਾਂ ਦਵਾਈਆਂ, ਤੇ ਜੇ ਫਿਰ ਇਦਾਂ ਹੀ ਰਾਜ ਮਤਲਬ ਇਹਨਾਂ ਲੋਕਾਂ ਨੇ ਕਰਨਾ ਤਾਂ ਉਹ ਲੋਕਾਂ ਨੂੰ ਪ੍ਰਵਾਨ ਨਹੀਂ ਹੋਊਗਾ, ਪੰਜਾਬ ਦੇ ਲੋਕਾਂ ਨੂੰ, ਤੇ ਨਾ ਹੀ ਲੋਕ ਪ੍ਰਵਾਨ ਕਰਦੇ ਆ। ਕਿਉਂਕਿ ਲੋਕ ਅੱਜ ਕੱਲ ਇੰਨੇ ਜਿਹੜੇ ਕਹਿ ਲਓ ਪਈ ਲੋਕ ਇੰਨੇ ਭੋਲੇ ਨਹੀਂਗੇ ਵੀ ਉਹ ਇਸ ਸਾਰੇ ਵਰਤਾਰੇ ਨੂੰ ਨਾ ਸਮਝਦੇ ਹੋਣ। ਲੋਕ ਅੱਜ ਕੱਲ ਚੇਤਨ ਨੇ ਔਰ ਜਿਹੜੇ ਵੈਲ ਇਨਫੋਰਮਡ ਆ। ਅੱਜ ਕੱਲ ਮੀਡੀਆ ਦਾ ਯੁੱਗ ਹੈ, ਡਿਜੀਟਲ ਮੀਡੀਆ ਦਾ ਯੁੱਗ ਹੈ। ਗੱਲ ਮਤਲਬ ਕੰਨੋਂ ਕੰਨ ਹੁੰਦੀ, ਜਿਹੜੀ ਆ ਸਵੇਰੇ ਕੁਝ ਵਾਪਰਦਾ ਤੇ ਸ਼ਾਮ ਤੱਕ ਸਾਰੀ ਦੁਨੀਆ ਨੂੰ ਪਤਾ ਲੱਗਾ ਹੁੰਦਾ। ਸੋ ਇਸ ਕਰਕੇ ਲੋਕਾਂ ਦੀ ਜਿਹੜਾ ਫਿਰ ਗੁੱਸਾ ਆ ਉਹ ਆਪਾਂ ਜਿਹੜਾ ਉਹ ਬਾਹਰ ਆਉਂਦਾ ਵੀ ਦੇਖਾਂਗੇ। ਬਿਲਕੁਲ, ਕਿਉਂਕਿ ਮਾਹਿਰ ਇਹ ਮੰਨਦੇ ਨੇ ਕਿ ਜਦੋਂ ਭਾਜਪਾ ਡਾਇਰੈਕਟਲੀ ਤੌਰ ਤੇ ਕੰਟਰੋਲ ਨਹੀਂ ਕਰ ਸਕੀ ਤਾਂ ਥਰੂ ਆਮ ਆਦਮੀ ਪਾਰਟੀ ਉਹ ਕੰਟਰੋਲ ਕਰ ਰਹੀ ਹੈ। ਅੰਦਰ ਖਾਤੇ ਪੈਰ ਜਮਾਉਣ ਦੇ ਯਤਨ ਕੀਤੇ ਜਾ ਰਹੇ, ਹੱਥ ਮਿਲੇ ਹੋਏ ਨੇ। ਤਾਂ ਉਹਦਾ ਜਿਹੜਾ ਇੱਕ ਕਦਮ ਹੈ, ਜਿਹੜੀ ਕਮੇਟੀ ਬਣਨ ਜਾ ਰਹੀ ਹੈ ਜਿਹਦੇ ਰਾਘਵ ਚੱਡਾ ਚੇਅਰਮੈਨ ਹੋਣਗੇ, ਇਹ ਬੀਜੇਪੀ ਦੀ ਹੀ ਕਮੇਟੀ ਹੋਏਗੀ, ਇਹ ਮਾਹਿਰ ਮੰਨਦੇ ਨੇ। ਉਸੇ ਚੀਜ਼ ਨੂੰ ਮੈਂ ਡਿਸਕ੍ਰਾਈਬ ਕਰ ਰਿਹਾ ਕਿ ਮਾਹਿਰਾਂ ਦਾ ਇਹ ਐਨਾਲਿਸਿਸ ਆ। ਹੁਣ ਅੱਗੇ ਜਾ ਕੇ ਕੀ ਨਿਕਲਦੀ ਹੈ ਗੱਲ, ਇਹ ਸਮਾਂ ਦੱਸੇਗਾ ਜਦੋਂ ਡਿਵੈਲਪਮੈਂਟਸ ਹੁੰਦੀਆਂ ਨੇ ਕਿ ਰਾਜਨੀਤਿਕ ਉਥਲ ਪੁਥਲ ਕੀ ਹੁੰਦੀ ਹੈ ਪੰਜਾਬ ਦੇ ਅੰਦਰ। ਇਹ ਬੜੀ ਦਿਲਚਸਪ ਰਹਿਣ ਵਾਲੀ ਹੈ ਅਗਲੀ ਗੱਲ। ਸੋ ਰਾਜਾ ਵੜਿੰਗ ਉਹਨਾਂ ਨੇ ਵੀ ਘੇਰਿਆ ਹੈ, ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਵੀ ਇਹ ਗੱਲ ਚੁੱਕੀ ਆ ਕਿ ਇੱਕ ਤੇ ਗੈਂਗਸਟਰਸ ਬਹੁਤ ਜ਼ਿਆਦਾ ਹੋ ਗਏ ਨੇ, ਸਰੇਆਮ ਧਮਕੀਆਂ, ਸਰੇਆਮ ਗੋਲੀਆਂ, ਜਾਨਾਂ ਜਾ ਰਹੀਆਂ ਨੇ। ਇੱਕ ਤਾਂ ਇਹਦੀ ਗੱਲ ਕਿ ਲਾਅ ਐਂਡ ਆਰਡਰ ਕਿੱਥੇ ਹੈ, ਉਹ ਕਿਤੇ ਦਿਖਾਈ ਨਹੀਂ ਦੇ ਰਿਹਾ। ਹਾਲਾਂਕਿ ਇਹ ਨਵੀਆਂ ਤਬਦੀਲੀਆਂ ਹੋ ਰਹੀਆਂ ਨੇ, ਕੁਝ IAS ਆਫੀਸਰਸ ਕੁਝ ਨਵੇਂ ਵੀ ਨਿਯੁਕਤ ਕੀਤੇ ਗਏ ਨੇ ਕਿ ਲਾਅ ਐਂਡ ਆਰਡਰ ਨੂੰ ਤੁਸੀਂ ਮੇਨਟੇਨ ਕਰੋ। ਇੱਕ ਤਾਂ ਉਹਨਾਂ ਨੇ ਇਹ ਸਵਾਲ ਚੁੱਕਿਆ। ਦੂਜਾ ਸਵਾਲ ਚੁੱਕਿਆ ਸਿੱਧੂ ਮੂਸੇਵਾਲਾ ਦਾ ਕਿ ਲਗਭਗ 40 ਡੇਜ਼ ਹੋ ਚੁੱਕੇ ਨੇ ਔਰ 40 ਦਿਨਾਂ ਤੋਂ ਬਾਅਦ ਵੀ ਹਜੇ ਕੋਈ ਖੁਰਾ ਖੋਜ ਨਹੀਂ ਲੱਭ ਰਿਹਾ, ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਪਿਆ। ਇੱਕ ਇਹ ਗੱਲ ਚੁੱਕੀ ਹੈ। ਤੀਸਰੀ, ਉਹਨਾਂ ਨੇ ਅਗਨੀਪਥ ਯੋਜਨਾ ਦੀ ਗੱਲ ਕੀਤੀ ਹੈ ਕਿ ਪਹਿਲਾਂ ਤੁਸੀਂ ਮਤਾ ਪਾਸ ਕੀਤਾ, ਉਹਦੇ ਵਿਰੁੱਧ ਮਤਾ ਪਾਸ ਕੀਤਾ, ਹੁਣ ਪਿਛਲੇ ਦਰਵਾਜ਼ੇ ਤੋਂ ਤੁਸੀਂ ਕਹਿੰਦੇ ਪਏ ਹੋ ਅਗਨੀਪਥ ਯੋਜਨਾ ਵਧੀਆ ਯੋਜਨਾ ਹੈ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਇਹ ਉਹਨਾਂ ਨੇ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਇੱਥੋਂ ਪਤਾ ਲੱਗਦਾ ਕਿ ਇਹ ਬੀਜੇਪੀ ਦੀ ਬੀ ਟੀਮ ਹੈ। ਦੇਖੋ, ਵੜਿੰਗ ਹੋਰੀ ਕਹਿੰਦੇ ਆ ਵੀ ਇੱਕ ਬੰਨੇ ਤਾਂ ਪੰਜਾਬ ਸਰਕਾਰ ਵਿਰੋਧ ਕਰਦੀ ਆ ਅਗਨੀਪਥ ਦਾ, ਦੂਸਰੇ ਬੰਨੇ ਜਿਹੜੀ ਸੀ ਪਾਈਟ ਸਕੀਮ ਹੁੰਦੀ ਆ ਨੌਕਰੀਆਂ ਸੰਬੰਧੀ, ਉਹਦੇ ਲਈ ਜ਼ਿਲ੍ਹਿਆਂ ਦੇ ਵਿੱਚ ਸਰਕੂਲਰ ਜਾਰੀ ਹੁੰਦਾ ਜਿਹੜਾ ਅਗਨੀਪਥ ਯੋਜਨਾ ਦੇ ਹੱਕ ਦੇ ਵਿੱਚ। ਤਾਂ ਹੀ ਤਾਂ ਉਹਨੂੰ ਬੀ ਟੀਮ ਕਹਿੰਦੇ ਨੇ, ਰਾਜਾ ਵੜਿੰਗ। ਹਾਂ, ਤੇ ਉਹ ਰਾਜਾ ਵੜਿੰਗ ਦੀ ਇਹ ਕਹਿਣਾ ਜਾਇਜ਼ ਆ ਵੀ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ, ਹੈ ਨਾ। ਤੇ ਜਿਹੜੀ ਗੱਲ ਰਹੀ, ਤੁਸੀਂ ਰਾਜਾ ਵੜਿੰਗ ਦੇ ਜਿਹੜੇ ਇਤਰਾਜ਼ ਨੇ ਨਾ, ਉਹ ਮੇਰੀ ਜਾਚੇ ਵਾਜਬ ਨੇ। ਚਾਹੇ ਸਿੱਧੂ ਮੂਸੇਵਾਲੇ ਦਾ ਹੀ ਮੁੱਖ ਮੰਤਰੀ ਘਰ ਜਾ ਕੇ ਉਹਦੇ ਪਿਤਾ ਦੇ ਨਾਲ ਅਫਸੋਸ ਵਾਅਦਾ ਕਰਕੇ ਆਉਂਦਾ ਹੈਗਾ, ਅਫਸੋਸ ਕਰਨ ਗਿਆ ਆ ਵੀ 15 ਦਿਨਾਂ ਦੇ ਵਿੱਚ ਜਿਹੜੇ ਕਾਤਲ ਫੜ ਲਾਂਗੇ। ਉਹ ਕਹਿੰਦੇ ਤੁਹਾਨੂੰ 5 ਦਿਨ ਹੋਰ ਦਿੱਤੇ, ਤੁਸੀਂ 20 ਦਿਨਾਂ 'ਚ ਫੜ ਲਿਓ।
ਤੇ ਅੱਜ ਤੁਸੀਂ 29 ਮਈ ਤੋਂ ਬਾਅਦ ਤੁਸੀਂ ਦੇਖ ਲਓ ਜੂਨ ਸਾਰਾ ਲੰਘ ਗਿਆ ਜੀ ਜੀ ਤੇ ਜੁਲਾਈ ਦੇ ਅੱਜ ਜਿਹੜੀ ਆ ਉਹ 9 ਤਰੀਕ ਹੋ ਗਈ ਹੈ। ਤਾਂ ਇੰਨੇ ਦਿਨਾਂ ਬਾਅਦ ਵੀ ਹਾਲੇ ਅੱਖੀਂ ਪਲਾਹੀ ਹੱਥ ਜਿਹੜੀ ਆ ਮਾਰ ਰਹੀ ਆ ਪੁਲਿਸ, ਤੇ ਕੋਈ ਕੰਕਰੀਟ ਜੇ ਆਪਾਂ ਕਹੀਏ ਵੀ ਕੁਝ ਪੁਲਿਸ ਨੇ ਕੀਤਾ ਤਾਂ ਅਜੇ ਤੱਕ ਕੁਝ ਨਹੀਂ ਕੀਤਾ। ਔਰ ਹਥਿਆਰਾਂ ਦੀ ਬਰਾਮਦਗੀ ਨਹੀਂ ਹੋਈ। ਕਿੱਥੇ ਅਸਮਾਨੇ ਚੜ ਗਏ ਉਹ ਹਥਿਆਰ ਜਿਹੜੇ ਵਾਰਦਾਤ ਦੇ ਵਿੱਚ ਵਰਤੇ ਗਏ ਆ? ਸ਼ਾਰਪ ਸ਼ੂਟਰ ਨਹੀਂ ਹਾਲੇ 2 ਫੜ ਹੋਏ ਇਹਨਾਂ ਦੇ ਕੋਲੋਂ। ਫਿਰ ਇਹ ਦੇਖੋ ਇਦਾਂ ਨਾ ਜਿਹੜੀ ਬੇਭਰੋਸਗੀ ਪੈਦਾ ਹੁੰਦੀ ਆ ਸਰਕਾਰ ਦੇ ਵਿੱਚ। ਐਗਜ਼ੈਕਟਲੀ, ਠੀਕ ਹੈ ਨਾ। ਤੇ ਜਿਹੜੀ ਬੇਭਰੋਸਗੀ ਆ, ਲੋਕ ਨਾ ਹਾਕਮਾਂ ਨੂੰ ਆਪਣੇ ਮਤਲਬ ਕਹਿ ਲਓ ਪਈ ਮਾਈ ਬਾਪ ਮੰਨਦੇ ਹੁੰਦੇ ਆ, ਹੈ ਨਾ। ਵੀ ਦੇਖੋ ਯਾਰ ਆ ਸਾਡੀ ਸਰਕਾਰ ਆ, ਢਿਮਕਾ ਸਾਡਾ ਮੁੱਖ ਮੰਤਰੀ ਹੈ ਜਾਂ ਆ ਸਾਡਾ ਪ੍ਰਧਾਨ ਮੰਤਰੀ ਆ। ਤੇ ਜੇ ਹਾਕਮੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਅਪਣਾਉਣ ਪਈ ਕਰਨੀ, ਮਤਲਬ ਜਿਹੜਾ ਆ ਗੱਲਾਂ ਹੋਰ ਕਰਨੀਆਂ ਤੇ ਕਾਰਵਾਈਆਂ ਹੋਰ ਕਰਨੀਆਂ, ਹੈ ਨਾ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਤਾਂ ਮੈਨੂੰ ਇਹੀ ਜਾਪਦਾ ਹੈਗਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਵਿਰੋਧੀ ਧਿਰ ਨੇ ਤਾਂ ਗੱਲ ਕਰਨੀ ਓ ਕਰਨੀ ਹੈ। ਕਿਉਂਕਿ ਇੱਕ ਚੀਜ਼ ਤਾਂ ਮੈਨੂੰ ਖਾਸ ਕਰਕੇ ਜਿਹੜੀ ਇਹ ਕਈ ਵਾਰ ਇਹ ਨਿਊਜ਼ 'ਚ ਆਈ ਹੈ, ਤੁਸੀਂ ਵੀ ਇਹ ਗੱਲ ਦਾ ਹੁਣੇ ਜ਼ਿਕਰ ਕੀਤਾ ਕਿ ਪੁਰਾਣੇ ਸਮੇਂ ਤੋਂ ਇਹ ਗੱਲ ਚੱਲਦੀ ਪਈ ਹੈ ਕਿ ਆਮ ਆਦਮੀ ਪਾਰਟੀ ਬੀ ਟੀਮ ਹੈ ਬੀਜੇਪੀ ਦੀ। ਵਾਈ, ਕਿਉਂ ਇਦਾਂ ਦੀ ਗੱਲ ਆ ਰਹੀ? ਕਿਉਂਕਿ ਜੇ ਪਰਸੈਪਸ਼ਨ ਬਣ ਜਾਵੇ ਨਾ ਇੱਕ ਵਾਰੀ, ਉਹ ਫਿਰ ਛੇਤੀ ਕਿਤੇ ਟੁੱਟਦੀ ਨਹੀਂ ਹੁੰਦੀ। ਔਰ ਜਿੱਧਰ ਦਿਸ਼ਾ ਨੂੰ ਸਾਰੀਆਂ ਘਟਨਾਵਾਂ ਵੱਧਦੀਆਂ ਪਈਆਂ ਨੇ, ਜੋ ਹਾਲਾਤ ਬਣਦੇ ਪਏ ਨੇ, ਕਿਤੇ ਨਾ ਕਿਤੇ ਉਹ ਮਾਹਿਰਾਂ ਦਾ ਐਨਾਲਿਸਿਸ ਸਾਨੂੰ ਲੱਗਣ ਲੱਗ ਪਿਆ ਕਿ ਸ਼ਾਇਦ ਉਹ ਬਿਲਕੁਲ ਹੀ ਠੀਕ ਕਹਿੰਦੇ ਨੇ। ਪਰ ਇਹ ਸਮਾਂ ਦੱਸੂਗਾ ਕਿ ਡਿਵੈਲਪਮੈਂਟਸ ਕਿੱਧਰ ਨੂੰ ਜਾਂਦੀਆਂ ਨੇ। ਖੈਰ ਉਹਦੀ ਆਪਾਂ ਚਰਚਾ ਕਰਾਂਗੇ। ਇਹ ਨਾ ਹਾਲੇ ਭਵਿੱਖ ਦੀਆਂ ਗੱਲਾਂ ਆ। ਦੂਸਰੀ ਗੱਲ ਇਹ ਆ ਪਈ ਜਿਹੜੀਆਂ ਸਿਆਸੀ ਇੱਛਾਵਾਂ ਹੁੰਦੀਆਂ ਨਾ, ਉਹਨਾਂ ਦੀ ਪੂਰਤੀ ਦੀ ਜਦੋਂ ਗੱਲ ਆਉਂਦੀ ਆ, ਫਿਰ ਕਹਿੰਦੇ ਆ ਨਾ ਵੀ ਆਪਾਂ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਤਾਂ ਜਿਵੇਂ ਜਿਵੇਂ ਕੇਜਰੀਵਾਲ ਸਾਹਿਬ ਨੇ, ਉਹ ਵੀ ਹੌਲੀ ਹੌਲੀ ਦੇਸ਼ 'ਤੇ ਮਤਲਬ ਬਾਕੀ ਸੂਬਿਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਆ ਵੀ ਬਾਕੀ ਥਾਈਂ ਸਾਡੀਆਂ ਸਰਕਾਰਾਂ ਬਣ, ਚਾਹੇ ਉਹ ਹਰਿਆਣਾ ਆ, ਚਾਹੇ ਉਹ ਹਿਮਾਚਲ ਆ, ਚਾਹੇ ਗੁਜਰਾਤ ਆ। ਔਰ ਉਹਦਾ ਮਤਲਬ ਆ ਵੀ ਕੱਲ੍ਹ ਨੂੰ ਉਹ ਵੀ ਪ੍ਰਾਈਮ ਮਿਨਿਸਟਰ ਵਾਲੀ ਕੁਰਸੀ 'ਤੇ ਬੈਠਣ, ਦੌੜ 'ਚ ਸ਼ਾਮਿਲ ਨੇ। ਤੇ ਜਦੋਂ ਮਤਲਬ ਸਿਆਸਤ ਦਾ ਜਦੋਂ ਇਦਾਂ ਦੇ ਪੇਚ ਪੈਂਦੇ ਆ, ਫਿਰ ਕੋਈ ਇੱਥੇ ਕਿਸੇ ਦਾ ਸਕਾ ਵੀ ਨਹੀਂ ਹੁੰਦਾ, ਹੈ ਨਾ। ਤਾਂ ਹੋ ਸਕਦਾ ਫਿਰ ਜਿਹੜੀ ਇਹ ਗੱਲ ਗਲਤ ਵੀ ਸਿੱਧ ਹੋ ਜਾਵੇ ਪਈ ਭਾਜਪਾ ਭਾਜਪਾ ਆ, ਆਪ ਹੈਗੀ ਆ, ਹੈ ਨਾ। ਤਾਂ ਦੂਸਰਾ ਇਹ ਆ ਪਈ ਜੋ ਹੁਣ ਤੱਕ ਇੱਦਾਂ ਹੀ ਲੱਗਦਾ ਹੈਗਾ ਪਈ ਸ਼ਾਇਦ ਜਿਹੜੀ ਆਪ ਹੈ ਬਹੁਤ ਸਾਰੀਆਂ ਗੱਲਾਂ ਤੋਂ ਵੀ ਉਹ ਭਾਜਪਾ ਦੀ ਬੀ ਟੀਮ ਵਜੋਂ ਹੀ ਕੰਮ ਕਰ ਰਹੀ ਹੈ, ਕੰਮ ਕਰ ਰਹੀ ਹੈ, ਇਹ ਲੱਗਦਾ ਹੈ ਜੀ। ਚਲੋ ਆਪਾਂ ਅੱਗੇ ਵਧਦੇ ਹਾਂ। ਗੈਂਗਸਟਰਸ ਦੀ ਗੱਲ ਕਰਾਂਗੇ ਕਿ ਗੋਲਡੀ ਬਰਾੜ, ਉਹਨਾਂ ਦਾ ਨਾਮ ਕਾਫੀ ਨਿਊਜ਼ 'ਚ ਰਿਹਾ ਹੁਣ ਕਾਫੀ ਦਿਨਾਂ ਤੋਂ, ਜਦੋਂ ਤਾਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਤੇ ਹੁਣ ਇੱਕ ਨਵੀਂ ਨਿਊਜ਼ ਆਈ ਕਿ ਪਠਾਨਕੋਟ ਦੇ ਵਿੱਚ ਇੱਕ ਬੰਦਾ ਇੱਕ ਅਕਾਊਂਟ ਖੁਲਵਾਉਣ ਗਿਆ ਯੂਨੀਅਨ ਬੈਂਕ ਦੇ ਵਿੱਚ, ਤੇ ਗੋਲਡੀ ਬਰਾੜ ਦੇ ਨਾਂ ਦਾ ਅਕਾਊਂਟ ਔਰ ਨਾਲ ਦਸਤਾਵੇਜ਼ ਉਹ ਜਦੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਾਰਵਾਈ ਅੱਗੇ ਵਧੀ ਤਾਂ ਉਹ ਸਾਰੇ ਹੱਕੇ ਬੱਕੇ ਰਹਿ ਗਏ ਵੀ ਆਹ ਕੀ ਹੋਣ ਲੱਗਿਆ। ਜਿਹੜੇ ਆਫੀਸਰਸ ਨੇ, ਜਿਹੜਾ ਆਧਾਰ ਕਾਰਡ ਵੀ ਉਹਨਾਂ ਨੇ ਪੇਸ਼ ਕੀਤਾ ਨਾ, ਉਹ ਵੀ ਕਹਿੰਦੇ ਵੀ ਜਿੱਥੇ ਦਾ ਐਡਰੈਸ ਸੀਗਾ ਪਠਾਨਕੋਟ ਦਾ, ਉਹ ਵੀ ਕਿਸੇ ਹੋਰ ਬੰਦੇ ਦਾ ਲਾਤਾ। ਔਰ ਜਿਹੜਾ ਉਹ ਐਡਰੈਸ ਆ ਆਧਾਰ ਕਾਰਡ 'ਤੇ, ਉਹ ਬੰਦਾ ਵੀ ਉੱਥੇ ਨਹੀਂ ਰਹਿੰਦਾ ਹੈਗਾ। ਸੋ ਜਦੋਂ ਮਾੜਾ ਮੋਟਾ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਨੌਜਵਾਨ ਉੱਥੋਂ ਦੌੜ ਗਿਆ। ਪੁਲਿਸ ਤਫਤੀਸ਼ ਕਰ ਰਹੀ ਆ। ਵੱਡੀ ਗੱਲ ਤਾਂ ਇਹ ਆ ਵੀ ਕਿੱਦਾਂ ਕੋਈ ਬੰਦਾ ਇੰਨੀ ਜ਼ੁਰਤ ਕਰੇ ਵੀ ਗੋਲਡੀ ਬਰਾੜ, ਜਿਹਨੂੰ ਸਾਰੀ ਦੁਨੀਆ ਇਸ ਵੇਲੇ ਜਾਣਦੀ ਆ ਵੀ ਇਹ ਗੈਂਗਸਟਰ ਆ, ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹਦਾ ਨਾਂ ਆ ਰਿਹਾ ਵੀ ਇਹਨੇ ਸਾਰਾ ਉਹ ਸਾਜ਼ਿਸ਼ ਰਚੀ ਤੇ ਇੱਥੇ ਤੱਕ ਲਿਆਂਦੀ ਇਹਨਾਂ ਨੇ ਰਲ ਕੇ, ਲਾਰੈਂਸ ਬਿਸ਼ਨੋਈ ਹੁਣੀ, ਉਸ ਬੰਦੇ ਦਾ ਨਾਂ ਲੈ ਕੇ ਤੁਸੀਂ ਖਾਤਾ ਖੁਲਾਉਣੀ ਬੈਂਕ ਦੇ ਵਿੱਚ ਚੱਲ ਜਾਵੋ, ਇਹ ਨਿੱਕੀ ਜਿਹੀ ਕੋਈ ਗੱਲ ਹੈਗੀ, ਬਹੁਤ ਵੱਡੀ ਗੱਲ ਆ, ਹੈ ਨਾ। ਸੋ ਇਸ ਸਾਰੀ ਘਟਨਾ ਪਿੱਛੇ ਕੀ ਗੱਲ ਸੀ ਜਾਂ ਕੀ ਮਨਸ਼ਾ ਸੀ, ਜਾਂ ਇਹ ਸ਼ਰਾਰਤ ਵੀ ਹੋ ਸਕਦੀ ਆ, ਹੈ ਨਾ। ਅਜੇ ਕੁਝ ਵੀ ਕਹਿਣਾ ਜਦ ਤੱਕ ਉਹਨੂੰ ਫੜ ਕੇ ਪੁਲਿਸ ਲਿਆਉਂਦੀ ਨਹੀਂ ਉਸ ਨੌਜਵਾਨ ਨੂੰ, ਤਦ ਤੱਕ ਕੁਝ ਵੀ ਕਹਿਣਾ ਜਲਦਬਾਜ਼ੀ ਹੋਊਗੀ ਵੀ ਉਹਨੇ ਸ਼ਰਾਰਤ ਕੀਤੀ ਸੀ ਜਾਂ ਸੱਚਮੁੱਚ ਗੋਲਡੀ ਬਰਾੜ। ਦੂਜੀ ਗੱਲ ਮੈਂ ਸੋਚਦਾ ਵੀ ਕਈ ਵਾਰੀ ਆਪਾਂ ਕਾਲੇ ਪੈ ਜਾਂਦੇ ਹਾਂ ਵੀ ਇੱਕਦਮ ਕਿਸੇ ਸਿੱਟੇ 'ਤੇ ਪਹੁੰਚ ਜਾਂਦੇ ਆ, ਕੋਈ ਘਟਨਾ ਹੁੰਦੀ ਆ ਤਾਂ, ਜਦ ਕਿ ਉਹਦੀਆਂ ਰੈਪਰਕਸ਼ਨਸ ਵੀ ਦੇਖਣੀਆਂ ਹੁੰਦੀਆਂ, ਆਫਟਰ ਇਫੈਕਟਸ ਵੀ ਦੇਖਣੇ ਹੁੰਦੇ ਵੀ ਯਾਰ ਗੱਲ ਕਿੱਥੋਂ ਸ਼ੁਰੂ ਹੋਈ ਤੇ ਗੱਲ ਕਿੱਥੇ ਪੁੱਜਣੀ ਆ। ਤੇ ਗੋਲਡੀ ਬਰਾੜ ਨੂੰ ਪਠਾਨਕੋਟ ਦੇ ਵਿੱਚ ਖਾਤਾ ਖੁਲਵਾਉਣ ਦੀ ਕੀ ਲੋੜ ਪੈ ਗਈ, ਹੈ ਨਾ। ਉਹ ਮਾਲਵੇ ਨਾਲ ਸੰਬੰਧ ਰੱਖਦਾ, ਕੈਨੇਡਾ ਰਹਿ ਰਿਹਾ, ਇਸ ਵੇਲੇ ਲੁਕਿਆ ਹੋਇਆ,
ਪਿਛਲੇ ਦਿਨੀ ਉਹਨੂੰ ਪੰਜਾਬੀ ਨੌਜਵਾਨ ਕੁੱਟਦੇ ਵੀ ਦਿਖਾਈ ਦਿੰਦੇ ਆ, ਉਹਨਾਂ ਨੇ ਘੇਰ ਲਿਆ ਕਿਤੇ ਫਿਰਦਾ ਤੁਰਦਾ ਹੈ ਨਾ, ਤੇ ਗਾਲਾਂ ਕੱਢ ਰਹੇ ਆ, ਕੁੱਟ ਰਹੇ ਆ, ਫਿਰ ਉਹਦਾ ਮੂੰਹ ਫੜ ਫੜ ਕੇ ਕੈਮਰੇ ਵੱਲ ਕਰ ਰਹੇ ਆ। ਜੇ ਤੁਸੀਂ ਵੀਡੀਓ ਦੇਖੀ ਹੋਵੇ ਸੋਸ਼ਲ ਮੀਡੀਆ ਦੇ ਉੱਤੇ, ਹਾਂਜੀ ਹਾਂ, ਤਾਂ ਵੀ ਆਹ ਦੇਖੋ ਚੰਗੀ ਤਰ੍ਹਾਂ ਕਹਿੰਦੇ ਇਹ ਹੈ ਗੋਲਡੀ ਬਰਾੜ ਹੈ ਨਾ, ਵੀ ਜਿਹੜਾ ਸਿੱਧੂ ਮੂਸੇਵਾਲੇ ਦਾ ਕਾਤਲ ਆ। ਸੋ ਮੈਨੂੰ ਇਸ ਗੱਲ ਦੇ ਵਿੱਚ ਕੋਈ ਤੁਕ ਜਿਹੀ ਨਹੀਂ ਲੱਗਦੀ ਪਈ ਉਹਦਾ ਖਾਤਾ ਜਿਹੜਾ ਉਹ ਪਠਾਨਕੋਟ 'ਚ ਖੁੱਲ੍ਹੇ ਹੈ ਨਾ, ਸ਼ੋਸ਼ਾ ਹੈ ਕੋਈ ਨਾ ਸ਼ੋਸ਼ਾ ਹੋ ਕੋਈ ਸਕਦਾ, ਛਿੜਿਆ ਰਹਿੰਦਾ ਸਾਡੇ ਬਿਲਕੁਲ ਬਿਲਕੁਲ ਸਮਾਜ ਦੇ ਵਿੱਚ। ਤਾਂ ਇੱਕ ਬੜੀ ਖਾਸ ਦਿਲਚਸਪ ਜੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਦਾਂ ਹੁਣ ਪੰਜਾਬ ਗਵਰਨਮੈਂਟ ਨੇ ਪਹਿਲਾਂ 25,000 ਨੌਕਰੀਆਂ ਕੱਢੀਆਂ, ਹੁਣ ਹੋਰ ਗੱਲ ਹੋ ਰਹੀ ਹੈ ਕਿ 32,000 ਨੌਕਰੀਆਂ ਹੋਰ ਕੱਢਾਂਗੇ, ਮੁਲਾਜ਼ਮਾਂ ਨੂੰ ਪੱਕੇ ਵੀ ਕਰਾਂਗੇ। ਪਰ ਇੱਕ ਗੁਰਦਾਸਪੁਰ ਦੀ ਧਰਤੀ ਤੋਂ ਇੱਕ 골ਡ ਮੈਡਲਿਸਟ ਹੈਂਡਬਾਲ ਪਲੇਅਰ ਔਰ ਸਪੋਰਟਸਮੈਨ ਹੈ ਸਰਬਜੀਤ ਸਿੰਘ, ਉਹ ਸੀਐਮ ਸਾਹਿਬ ਨੂੰ ਵੀ ਮਿਲਿਆ ਔਰ ਉਹ ਨੌਕਰੀ ਦੀ ਤਲਾਸ਼ ਪਰ ਨੌਕਰੀ ਨਹੀਂ ਮਿਲੀ ਤੇ ਉਹਨੂੰ ਮਜਬੂਰਨ ਸਬਜ਼ੀ ਵੇਚਣੀ ਪੈਂਦੀ ਹੈ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ। ਹੁਣ ਕਿਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਪੋਰਟਸ ਨੂੰ ਤਰਜੀਹ ਦੇਵਾਂਗੇ, ਬਜਟ ਦੇ ਵਿੱਚ ਵੀ ਅਸੀਂ ਸਪੋਰਟਸ ਦੇ ਵਾਸਤੇ ਪੈਸਾ ਅਲਾਟ ਕੀਤਾ ਹੋਇਆ, ਖੇਡਾਂ ਤੇ ਸਿਹਤ ਨੰਬਰ 1 ਤੇ ਰੱਖੀ ਆ, ਤੇ ਖੇਡਾਂ, ਸਿਹਤ ਤੇ ਵਿੱਦਿਆ, ਤੇ ਉਹ ਆਪਣੇ ਗਲੇ ਦੇ ਵਿੱਚ 골ਡ ਮੈਡਲ ਪਾ ਕੇ ਸਬਜ਼ੀ ਵੇਚਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ 골ਡ ਮੈਡਲਿਸਟ ਸਪੋਰਟਸਮੈਨ ਹਾਂ। ਦੇਖੋ ਜੇ ਇੱਕ 골ਡ ਮੈਡਲਿਸਟ ਨੂੰ ਸਬਜ਼ੀ ਵੇਚਣੀ ਪਵੇ ਤਾਂ ਇਹ ਤਾਂ ਫਿਰ ਸਾਡੇ ਸਾਰਿਆਂ ਦੇ ਲਾਹਨਤ ਆ ਨਾ, ਪੂਰੇ ਪੰਜਾਬ ਦੇ ਵੀ ਇੱਕ ਖਿਡਾਰੀ ਜਿਹੜਾ ਪਿੱਛੇ ਜਿਹੇ ਮੋਗੇ ਵੱਲੋਂ ਖਬਰ ਆਈ ਸੀਗੀ ਨਿਹਾਲ ਸਿੰਘ ਵਾਲਾ ਦੇ ਨੇੜੇ ਤੇੜਿਓਂ ਕਿਤੇ, ਭਈ ਇੱਕ ਖਿਡਾਰਨ ਜਿਹਦਾ ਬਹੁਤ ਨਾਂ ਆ ਖੇਡਾਂ ਦੇ ਵਿੱਚ, ਦੌੜਾਂ ਦੇ ਵਿੱਚ, ਉਹ ਝੋਨਾ ਲਾ ਰਹੀ ਆ ਵਿਚਾਰੀ, ਦਿਹਾੜੀਆਂ ਕਰ ਰਹੀ ਆ, ਤੇ ਕਿਤੇ ਉਹ ਟੀਵੀ ਟੀਮ ਪਹੁੰਚਦੀ ਆ ਖੇਤਾਂ ਦੇ ਵਿੱਚ, ਬੜੀ ਚਰਚਾ 'ਚ ਆਈ ਸੀ, ਪਰ ਅੱਜ ਤੱਕ ਉਹਨੂੰ ਨੌਕਰੀ ਨਹੀਂ ਮਿਲੀ। ਮੈਂ ਉਹਦਾ ਨਾਂ ਭੁੱਲ ਰਿਹਾ। ਤੇ ਇਸੇ ਤਰ੍ਹਾਂ ਕਿਸਮਤ ਦਾ ਮਾਰਿਆ ਇਹ ਬੰਦਾ ਹੋਣਾ ਜੀ। ਤੇ ਜਦੋਂ ਆਪਾਂ ਸਰਕਾਰਾਂ ਵੱਲਾਂ ਦੇਖਦੇ ਹਾਂ ਵੀ ਆਪਣੇ ਪੁੱਤਾਂ, ਭਤੀਜਿਆਂ, ਪੋਤਿਆਂ ਨੂੰ ਨੌਕਰੀਆਂ ਦੇਣ ਲਈ ਇਹ ਕਿੰਨੇ ਜਾਣੀ ਕਿ ਪਾਪੜ ਵੇਲਦੇ ਆ, ਹੈ ਨਾ। ਉਹ ਬੇਅੰਤ ਸਿੰਘ ਦਾ ਟੱਬਰ, ਬੇਅੰਤ ਸਿੰਘ ਦੀ ਕੁਰਬਾਨੀ ਹੋਏਗੀ, ਉਹ ਤੋਂ ਬਾਅਦ MP ਬਣਦੇ ਆ, ਮੰਤਰੀ ਬਣਦੇ ਆ, MLA ਬਣਦੇ ਉਹਨਾਂ ਦੇ ਪੁੱਤ ਪੋਤੇ, ਹੈ ਨਾ। ਤੇ ਹੁਣ ਕੋਈ ਕਸਰ ਰਹਿ ਗਈ ਸੀ ਪਿੱਛੇ ਇੱਕ ਪੋਤੇ ਨੂੰ ਜਿਹੜਾ ਉਹ DSP ਬਣਾਇਆ ਜਾ ਰਿਹਾ, ਹੈ ਨਾ। ਇਸੇ ਤਰ੍ਹਾਂ ਪ੍ਰਤਾਪ ਬਾਜਵਾ ਜਿਹੜਾ ਆ ਉਹਦੇ ਭਤੀਜੇ ਨੂੰ, ਠੀਕ ਹੈ, ਫਤਿਹ ਜੰਗ ਦੇ ਬੇਟੇ ਨੂੰ, ਉਹਨੂੰ ਕਿਸੇ ਹੋਰ ਮਹਿਕਮੇ ਦੇ ਵਿੱਚ, ਪਹਿਲਾਂ ਕਹਿੰਦੇ ਤਹਿਸੀਲਦਾਰ, ਫਿਰ ਕਿਸੇ ਹੋਰ ਮਹਿਕਮੇ 'ਚ ਆ ਗਿਆ, ਰੌਲਾ ਰੱਪਾ ਵੀ ਜਿਹੜਾ ਬੰਦਾ 1.5 ਕਰੋੜ ਦੀ ਗੱਡੀ 'ਚ ਘੁੰਮ ਰਿਹਾ ਉਹਨੂੰ ਸਰਕਾਰੀ ਨੌਕਰੀ ਦੀ ਕੀ ਲੋੜ ਹੈਗੀ ਆ, ਹੈ ਨਾ। ਤੇ ਪੁਰਾਣੇ ਜ਼ਿਮੀਂਦਾਰ ਆ, ਖਾਨਦਾਨੀ ਟੱਬਰ ਆ, ਰਾਜ ਭਾਗ ਮਾਣੇ ਹੋਏ ਆ, ਹੈ ਨਾ, ਸਤਨਾਮ ਬਾਜਵਾ ਤੋਂ ਲੈ ਕੇ। ਸੋ ਜਦੋਂ ਆਪਾਂ ਇੱਦਾਂ ਦੇਖਦੇ ਆ ਨਾ, ਇਹ ਜਿਹੜਾ ਵਿਤਕਰਾ ਆ ਜਾਂ ਆਪਣਿਆਂ ਨੂੰ ਮੁੜ ਮੁੜ ਕੇ ਸੀਰ ਨਹੀਂ ਵੰਡ ਰਹੇ ਆ, ਇਹ ਦੁਖਦਾਈ ਵਰਤਾਰਾ ਆ। ਤੇ ਜਿਹੜੇ ਸਪੋਰਟਸਮੈਨ ਆ, ਕੱਲ੍ਹ ਨੂੰ ਤਾਂ ਪਹਿਲਾਂ ਵੀ ਤੁਸੀਂ ਦੇਖੋ ਵੀ ਖੇਡਾਂ 'ਚ ਕਿਹੜੇ ਬੱਚੇ ਆਉਂਦੇ ਆ, ਅਮੀਰਾਂ ਦੇ ਨਿਆਣੇ ਤਾਂ ਜਾਂ ਕ੍ਰਿਕਟ ਖੇਡਣਗੇ ਜਾਂ ਗੋਲਫ ਖੇਡਣਗੇ, ਤੇ ਗੋਲਫ ਕੋਰਸਿਸ ਵਿੱਚ ਵੀ ਜੇ ਕੋਈ ਗਰੀਬ ਦਾ ਬੱਚਾ ਆਉਂਦਾ, ਤੇ ਇੱਥੇ ਪਿੱਛੇ ਜਿਹੇ ਦੀ ਉਦਾਹਰਣ ਆ PAP ਜਲੰਧਰ ਦੀ ਹੀ, ਪਈ ਇੱਕ ਕਿਸੇ ਗਰੀਬ ਸਿਪਾਹੀ ਦਾ ਜਿਹੜਾ ਬੱਚਾ ਖੇਡਦਾ ਸੀ ਤੇ ਉਹਨੂੰ ਟੌਂਟ ਕਰਦੇ ਹੁੰਦੇ ਸੀ, ਔਰ ਅੰਤ ਉਹ ਬੱਚਾ ਗਰਾਊਂਡ ਹੀ ਛੱਡ ਗਿਆ, ਹੈ ਨਾ, ਗੋਲਫ ਕੋਰਸ ਹੀ ਛੱਡ ਗਿਆ ਸੀਗਾ, ਕਿਉਂਕਿ ਕਿੱਟ ਹੀ ਬਹੁਤ ਮਹਿੰਗੀ ਹੈ, ਲੱਖਾਂ 'ਚ ਤਾਂ ਜਾਂਦੀ ਹੈ, ਲੱਖਾਂ 'ਚ ਕਿੱਟ ਹੈ। ਔਰ ਉਹ ਮਸ਼ਕਰੀਆਂ ਕਰਦੇ ਹੁੰਦੇ ਸੀ ਉਹਨੂੰ, ਮਤਲਬ ਕਿਸੇ ਨਾ ਕਿਸੇ ਰੂਪ 'ਚ ਉਹਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਸੀ ਬੱਚੇ ਨੂੰ, ਨਾ, ਜਿਹੜਾ ਸਿਪਾਹੀ ਦਾ ਬੇਟਾ ਸੀਗਾ। ਤੇ ਉਹ ਅਫਸਰਸ਼ਾਹੀ ਦੇ ਨਿਆਣੇ ਜਿਹੜੇ ਆ ਉਹ ਜਾਂ ਕ੍ਰਿਕਟ ਖੇਡਣਗੇ ਮਹਿੰਗੀ ਗੇਮ, ਜਾਂ ਜਿਹੜੀ ਆ ਉਹ ਗੋਲਫ ਖੇਡਣਗੇ, ਹੈ ਨਾ। ਤੇ ਜਿਹੜੇ ਗਰੀਬ ਮਾਤੜ ਲੋਕਾਂ ਦੇ ਬੱਚੇ ਆ ਉਹ ਫੁੱਟਬਾਲ, ਹਾਕੀ, ਠੀਕ ਹੈ, ਔਰ ਉਹ ਦੌੜਾਂ ਦੇ ਵਿੱਚ ਜਿੱਦਾਂ ਐਥਲੈਟਿਕਸ ਵਿੱਚ ਜਾਂਦੇ ਆ, ਹੈ ਨਾ। ਤੁਸੀਂ ਕਦੀ ਦੇਖਿਆ ਵੀ ਬਹੁਤ ਅਮੀਰ ਦਾ ਨਿਆਣਾ ਕਦੀ ਟਰੈਕ ਦੇ ਉੱਤੇ ਫਿਰਦਾ ਹੋਵੇ? ਕਦੀ ਨਹੀਂ ਦੇਖੋਗੇ। ਫੁੱਟਬਾਲ ਸ਼ੌਕ ਲਈ ਤਾਂ ਖੇਡਣਗੇ, ਗੇਮ ਵਜੋਂ ਨਹੀਂ ਖੇਡਣਗੇ, ਸਪੋਰਟਸ ਮਤਲਬ ਇੱਕ ਗੇਮ ਵਜੋਂ ਨਹੀਂ ਲੈਂਦੇ ਕਦੀ ਵੀ। ਸੋ ਜੇ ਉਹਨਾਂ ਗਰੀਬ ਘਰਾਂ ਦੇ ਬੱਚੇ ਜੇ ਕਿਤੇ ਅੱਗੇ ਆ ਵੀ ਜਾਂਦੇ ਆ, ਦੇਸ਼ ਦਾ ਨਾਂ ਚਮਕਾਉਂਦੇ, ਸੂਬੇ ਦਾ ਨਾਂ ਚਮਕਾਉਂਦੇ ਆ, ਤੇ ਕਿਉਂ ਨਹੀਂ ਸਰਕਾਰਾਂ ਉਹਨਾਂ ਲਈ ਨੌਕਰੀ ਦਾ ਪ੍ਰਬੰਧ ਕਰਦੀਆਂ? ਬਿਲਕੁਲ ਪੋਲਿਟਿਕਸ ਹੈ, ਕਿਉਂਕਿ ਮੈਂ ਖੁਦ ਇਸ ਚੀਜ਼ ਦਾ ਖਾਮਿਆਜ਼ਾ ਭੁਗਤ ਚੁੱਕਾ। ਮੈਂ ਖੁਦ ਸਟੇਟ ਪਲੇਅਰ ਹਾਂ ਹਾਕੀ ਦਾ, ਸਕੂਲ ਟਾਈਮ ਦਾ ਜੀ। ਔਰ ਜੋ ਪੋਲਿਟਿਕਸ ਖੇਡੀ ਗਈ ਜੀ, ਔਰ ਜਿਸ ਤਰ੍ਹਾਂ ਮੈਂ ਫਿਰ ਟੀਮ ਛੱਡੀ ਜੀ, ਉਹ ਮੈਨੂੰ ਪਤਾ ਹੈ ਚੱਲਦਾ ਹੈ, ਉੱਥੇ ਭਾਈ ਭਤੀਜਾ ਜਿਹੜਾ ਨੈਪੋਟਿਜ਼ਮ ਚੱਲਦਾ ਹੈਗਾ, ਹੈ ਨਾ, ਭਾਈ ਭਤੀਜਾ ਬਾਅਦ ਚੱਲਦਾ ਅੱਜ ਵੀ ਮੈਂ ਸਿਲੈਕਸ਼ਨਸ ਵਿੱਚ, ਕਿ ਮਤਲਬ ਸਕੂਲ ਲੈਵਲ ਤੇ ਜੋ ਇੰਨਾ ਪੋਲਿਟਿਕਸ ਹੈ, ਜਦੋਂ ਮੈਂ ਕਾਲਜ ਲੈਵਲ ਤੇ ਖੇਡਦਾ ਹੁੰਦਾ ਤੇ ਉੱਥੇ ਪਤਾ ਨਹੀਂ ਕੀ ਹੋਣਾ ਸੀ। ਬਿਲਕੁਲ ਬਿਲਕੁਲ। ਉਹ ਤੁਸੀਂ, ਮੈਂ ਇੱਕ ਆਮ ਬੰਦੇ ਦੀ ਗੱਲ, ਵਿਤਕਰਾ ਇੰਨਾ ਆ ਵੀ ਮੈਂ ਇੱਕ ਲੈਫਟੀਨੈਂਟ ਜਨਰਲ ਦੀ ਬੇਟੀ ਨੂੰ ਜਾਣਦਾ ਜੀ, ਜਿਹੜੀ ਫਿਰ ਬਾਅਦ ਦੇ ਵਿੱਚ ਗਲਫੇਅਰ ਦੀ 에ਅਰ ਹੋਸਟੈਸ ਵੀ ਬਣਦੀ ਆ, ਵੀ ਉਹਦੀ ਹਾਕੀ ਦੀ ਜਿਹੜੀ ਵਿਮਨ ਟੀਮ ਹੈ, ਆਪਣੀ ਨੈਸ਼ਨਲ ਟੀਮ,
ਉਹਦੇ ਚ ਸਿਲੈਕਸ਼ਨ ਜਿਹੜੀ ਆ ਸਿਰਫ ਵਿਤਕਰੇ ਕਰਕੇ ਰਹਿ ਗਈ ਸੀ ਉਸ ਬੱਚੀ ਦੀ। ਜੀ ਜੀ। ਤੇ ਜੇ ਮਤਲਬ ਫੌਜ ਦੇ ਇੱਕ ਐਡੇ ਅਫਸਰ ਦੀ ਧੀ ਜਿਹੜੀ ਆ ਉਹਦੇ ਨਾਲ ਵਿਤਕਰਾ ਹੋ ਸਕਦਾ ਤਾਂ ਆਮ ਬੰਦਿਆਂ ਨਾਲ ਤਾਂ ਫਿਰ ਹੁੰਦਾ ਹੀ ਹੋਵੇਗਾ। ਕੁਝ ਵੀ ਹੋ ਸਕਦਾ ਹੈ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਪਿੱਛੇ ਜੇ ਇੱਕ ਭਾਗੀ ਘਟਨਾ ਵਾਪਰੀ ਕਿ ਚੰਡੀਗੜ੍ਹ ਦੇ ਇੱਕ ਸਕੂਲ ਦੇ ਵਿੱਚ ਇੱਕ ਸੁੱਕਾ ਦਰਖਤ ਡਿੱਗ ਡਿੱਗ ਪਿਆ ਤੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਤੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਸਾਰੇ ਸਕੂਲਾਂ ਦੀ ਤਹਿਕੀਕਾਤ ਕੀਤੀ ਜਾਵੇ ਜਿੱਥੇ ਵੀ ਇਦਾਂ ਦੇ ਕੋਈ ਖਤਰੇ ਵਾਲੇ ਦਰਖਤ ਨੇ ਜਾਂ ਕੋਈ ਹੋਰ ਖਤਰੇ ਵਾਲੀ ਬਿਲਡਿੰਗ ਹੈ ਜਿੱਥੇ ਵੀ ਖਤਰਾ ਹੈ ਸਟੂਡੈਂਟਸ ਵਾਸਤੇ ਉਹ ਸਾਨੂੰ ਰਿਪੋਰਟ ਕਰੋ, ਅਸੀਂ ਉੱਤੇ ਐਕਸ਼ਨ ਲਵਾਂਗੇ। ਔਰ ਖਾਸ ਤੌਰ ਤੇ ਅਸੀਂ ਦੇਖੀਏ ਤੇ ਸਿੱਖਿਆ ਦੇ ਉੱਤੇ ਜ਼ੋਰ ਦਿੱਤਾ ਗਿਆ, ਇਸ ਬਜਟ ਦੇ ਵਿੱਚ ਕਾਫੀ ਫੰਡ ਰੱਖੇ ਗਏ ਨੇ ਤਾਂ ਇਦਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਵਾਕਈ ਇਹ ਇੱਕ ਸ਼ਲਾਘਾਯੋਗ ਕਦਮ ਹੁੰਦਾ। ਦੇਖੋ ਮਾਊਂਟ ਕਾਰਮਲ ਸਕੂਲ ਦੀ ਗੱਲ ਆ ਜਿੱਥੇ ਉਹ ਬੱਚੀ ਜਿਹੜੀ ਆ, ਕਈ ਬੱਚੇ ਜ਼ਖਮੀ ਵੀ ਆ। ਪਹਿਲੀ ਗੱਲ ਤੇ ਆ ਵੀ ਜੇ ਪ੍ਰਸ਼ਾਸਨ ਨੇ ਉਹਨੂੰ ਹੈਰੀਟੇਜ ਐਲਾਨਿਆ ਹੋਇਆ ਸੀ ਉਸ ਰੁੱਖ ਨੂੰ, ਵਿਰਾਸਤੀ ਰੁੱਖ 250 ਸਾਲ ਪੁਰਾਣਾ ਉਹ ਰੁੱਖ ਸੀਗਾ, ਤੇ ਉਹ ਜੜ੍ਹਾਂ ਸਮੇਤ ਜੇ ਡਿੱਗਦਾ ਤੇ ਉਹ ਜ਼ਿੰਮੇਵਾਰੀ ਕਿਹਦੀ ਆ? ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਨਾ। ਬਿਲਕੁਲ ਹੈ। ਤੇ ਜ਼ਿੰਮੇਵਾਰੀ ਮਿੱਥ ਕੇ ਉਹਦੀ ਦੇਖ ਰੇਖ ਕਿਹਨੇ ਕਰਨੀ ਆ? ਉਹ ਕਿਹਨੇ ਦੇਖਣਾ ਵੀ ਇਹ ਡਿੱਗ ਵੀ ਸਕਦਾ ਕੱਲ ਨੂੰ ਬੱਚਿਆਂ ਦੇ ਉੱਤੇ? ਔਰ ਇੱਕ ਬੱਚੀ ਦੀ ਮੌਤ ਹੁੰਦੀ ਹੈ, ਇਹ ਕੋਈ ਨਿੱਕੀ ਜਿਹੀ ਘਟਨਾ ਨਹੀਂ ਹੈਗੀ, ਹੈ ਨਾ। ਇਹ ਪ੍ਰਸ਼ਾਸਨ ਦੀ ਸਰਾਸਰ ਅਣਗਹਿਲੀ ਆ ਔਰ ਜ਼ਿੰਮੇਵਾਰੀ ਮਿੱਥ ਕੇ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਅਗਲਿਆਂ ਨੂੰ ਜਿਹੜੀ ਆ ਉਹ ਲੋ ਹੋ ਜਵੇ ਹੋਰ ਅਧਿਕਾਰੀਆਂ ਨੂੰ, ਹੈ ਨਾ। ਬਿਲਕੁਲ ਵਿਰਾਸਤ ਤੁਸੀਂ ਕਿਹਾ, ਵਿਰਾਸਤੀ ਦਰਖਤ ਕਿਹਾ, ਬਿਲਕੁਲ ਉਦਾਂ ਹੀ ਵਿਰਾਸਤੀ ਕਈ ਬਿਲਡਿੰਗਸ ਨੂੰ ਤੁਸੀਂ ਕਹਿੰਦੇ ਜੇ ਪ੍ਰਸ਼ਾਸਨ ਨੇ ਮਤਲਬ ਉਹਨੂੰ ਵਿਰਾਸਤ ਐਲਾਨਿਆ ਆ, ਜੇ ਕੋਈ ਬਿਲਡਿੰਗ ਹੈ, ਜੇ ਬਿਲਡਿੰਗ ਵਿਰਾਸਤੀ ਐਲਾਨੀ ਆ, ਉਹਦੀ ਛੱਤ ਹੀ ਕਿਸੇ ਤੇ ਡਿੱਗ ਪਵੇ 10 ਬੰਦੇ ਮਰ ਜਾਣ ਤਾਂ ਉਹ ਕਿਹਦੀ ਜ਼ਿੰਮੇਵਾਰੀ ਆ? ਇਹਦਾ ਮਤਲਬ ਤੁਸੀਂ ਵਿਰਾਸਤ ਨੂੰ ਸੰਭਾਲ ਕੇ ਨਹੀਂ ਰੱਖਦੇ, ਗੱਲਾਂ ਜ਼ਰੂਰ ਕਰਦੇ ਆ, ਹਨਾ। ਫਿਰ ਉਹ ਸਕੂਲ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਆ। ਜੀ ਜੀ ਜੀ। ਭਈ ਜੇ ਕੋਈ ਵਿਰਾਸਤੀ ਰੋਕਿਆ ਸਕੂਲ ਦੇ ਵਿੱਚ ਤੇ ਸਕੂਲ ਵਾਲੇ ਕੀ ਕਰਦੇ ਆ? ਉਹ ਸੁੱਤੇ ਪਏ ਨੇ। ਸੋ ਇਹ ਜ਼ਿੰਮੇਵਾਰੀ ਇਹਨਾਂ ਸਾਰਿਆਂ ਦੀ ਸਮੂਹਕ ਜ਼ਿੰਮੇਵਾਰੀ ਬਣਦੀ ਆ, ਵਿੱਚੇ ਪ੍ਰਸ਼ਾਸਨ ਦੀ, ਵਿੱਚੇ ਸਕੂਲ ਐਡਮਿਨਿਸਟ੍ਰੇਸ਼ਨ ਦੀ। ਠੀਕ ਹੈ ਨਾ। ਅਸੀਂ ਆਪਣੀ ਵਿਰਾਸਤ ਨੂੰ ਕਿੰਨਾ ਸਾਂਭ ਇੱਕ ਬੱਚੇ ਦੀ ਜਾਨ ਚਲੀ ਜਾਂਦੀ ਆ, ਬਹੁਤ ਜ਼ਬਰਦਸਤ ਗੱਲ ਹੈ। ਫਿਰ ਕੁਝ ਬੱਚੇ ਜ਼ਖਮੀ ਹੁੰਦੇ ਆ, ਕੋਈ ਪੀਜੀਆਈ ਪਿਆ, ਕੋਈ 16 ਦੇ ਜਨਰਲ ਹਸਪੀਟਲ ਦੇ ਵਿੱਚ ਪਿਆ, ਕੋਈ ਕਿਤੇ ਪਿਆ, ਕੋਈ 34 ਦੇ ਵਿੱਚ ਇੱਕ ਹਸਪੀਟਲ ਆ ਉੱਤੇ ਪਏ ਨੇ ਬੱਚੇ। ਤਾਂ ਮਾੜੀ ਗੱਲ ਆ ਨਾ, ਇਹ ਮੰਦਭਾਗੀ ਵੀ ਆ, ਮਾੜੀ ਵੀ ਆ। ਬਿਲਕੁਲ ਜੀ ਸੱਤੀ ਜੀ, ਮੈਂ ਇਹੀ ਗੱਲ ਕਹਿਣ ਲੱਗਾ ਕਿ ਅਸੀਂ ਆਪਣੀ ਵਿਰਾਸਤ ਨੂੰ ਕਿੰਨਾ ਕੁ ਸੰਭਾਲ ਕੇ ਰੱਖਦੇ ਆ, ਕਿੰਨਾ ਕੁ ਸਾਂਭ ਕੇ ਰੱਖਦੇ ਆ, ਸਾਨੂੰ ਸਭ ਨੂੰ ਪਤਾ ਜੀ। ਸਾਡੇ ਤਾਂ ਆਪਣੇ ਚੱਕਰ ਖਤਮ ਨਹੀਂ ਹੁੰਦੇ ਕਿ ਕੁਰਸੀ 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 ਖੇਡਦੇ ਬਿਲਕੁਲ ਕਿ ਮੇਰੀ ਕੁਰਸੀ ਸਲਾਮਤ ਕਿਵੇਂ ਰਵੇ। ਸਾਡੇ ਕੋਲ ਸਮਾਂ ਕਿੱਥੇ ਵਿਰਾਸਤ ਵੱਲ ਵੇਖਣ ਦਾ? ਐਗਜ਼ੈਕਟਲੀ। ਸਾਨੂੰ ਤਾਂ ਆਪਣੀ ਪਿਆ ਰਹਿੰਦਾ ਸਾਰਾ ਦਿਨ। ਸੋ ਆਪਣਾ ਵੀ ਪਿਆ ਰਹਿੰਦਾ ਤੇ ਨਾਲ ਨਾਲ ਆਪਣੇ ਜਿਹੜੇ ਭਾਈ ਭਤੀਜੇ ਨੇ ਉਹਨਾਂ ਦਾ ਵੀ ਪਿਆਰ ਰਹਿੰਦਾ। ਖੈਰ ਆਪਾਂ ਅੱਗੇ ਵਧਦੇ ਹਾਂ, ਹੋਰ ਕਿਉਂ ਜ਼ਿਆਦਾ ਆਪਾਂ ਗੱਲਾਂ ਖੋਲਣੀਆਂ ਨੇ ਇਹਨਾਂ ਦੀਆਂ। ਜੀ। ਸੋ ਅਗਲੀ ਗੱਲ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਨਵਾਂ ਮਤਲਬ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਮਿਸਾਲ ਦਿੱਤੀ ਜਾਂਦੀ ਹੈ, ਤਾਂ ਇਦਾਂ ਹੀ ਇੱਕ ਮਿਸਾਲ ਹੋਰ ਹੈ ਕਿ ਜੋ ਪਿੱਛੇ ਜੇ ਬਹੁਤ ਚੱਲਿਆ ਸੀ ਬਲੈਕ ਲਾਈਫ ਮੈਟਰਸ, ਉਹਦੇ ਵਿੱਚ ਇੱਕ ਡੈਥ ਵੀ ਹੋਈ ਸੀ ਜਾਰਜ ਫਲੋਇਡ ਦੀ ਜੀ, ਤੇ ਹੁਣ ਸਜ਼ਾ ਮਿਲੀ ਹੈ ਉਹਨਾਂ ਦੇ। ਜਾਰਜ ਫਲੋਇਡ ਦੇਖੋ ਇੱਕ ਜਿਹੜਾ ਆ ਬਲੈਕ ਪਰਸਨ ਸੀਗਾ ਜੀ, ਤੇ ਪਹਿਲਾਂ ਤੁਸੀਂ ਆਪਾਂ ਨੂੰ ਸ਼ਾਇਦ ਯਾਦ ਹੋਵੇ ਪਈ ਨੀਗਰੋ ਲਫ਼ਜ਼ ਵਰਤਦੇ ਸੀ ਕਾਲਿਆਂ ਲਈ। ਬਿਲਕੁਲ ਜੀ। ਤਾਂ ਫਿਰ ਉਹ ਲਫ਼ਜ਼ ਗਾਲ ਸਮਝਿਆ ਜਾਣ ਲੱਗ ਪਿਆ, ਹੈ ਨਾ। ਤੇ ਹੁਣ ਉਹਨਾਂ ਨੂੰ ਬਲੈਕ ਪੀਪਲ ਜਾਂ ਬਲੈਕ ਅਮਰੀਕਨਸ ਹੈ ਨਾ ਕਹਿ ਦਿੰਦੇ ਆ, ਹੈ ਨਾ। ਤੇ ਵਾਈਟ ਪੀਪਲ ਆ, ਬਲੈਕ ਆ, ਪਰ ਕਿਉਂਕਿ ਅਮਰੀਕਾ ਤੇ ਹੋਰ ਯੂਰਪ ਦੇ ਦੇਸ਼ਾਂ ਵਿੱਚ ਬਹੁਤ ਸਾਰੇ ਜਿਹੜੇ ਆ ਅਫਰੀਕਨ ਦੇਸ਼ਾਂ ਤੋਂ ਆਪਾਂ ਜਾਣਦੇ ਹਾਂ ਪਈ ਗੁਲਾਮ ਬਣਾ ਕੇ ਵੀ ਲੋਕ ਉੱਥੇ ਲਿਜਾਏ ਗਏ ਸੀ। ਮਾਰਟਿਨ ਲੂਥਰ ਤੋਂ ਇਹ ਜਿਹੜੀ ਇੰਡੀਪੈਂਡੈਂਸ ਦੀ ਲਹਿਰ ਚੱਲਦੀ ਹੈ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਕੀ ਆ ਪਈ ਚਾਹੇ ਉੱਥੇ ਜਿਹੜੇ ਸਾਰੇ ਅਮਰੀਕਾ 'ਚ ਰਹਿਣ ਵਾਲੇ ਬਲੈਕ ਅਮਰੀਕਨਸ ਨੇ ਉਹ ਕਹਿ ਲਓ ਪਈ ਉਹਨਾਂ ਦਾ ਪਿਛੋਕੜ ਇਹੋ ਜਿਹਾ ਨਹੀਂ, ਕੁਛ ਉੱਥੇ ਇਮੀਗ੍ਰਾਂਟ ਬਣ ਕੇ ਗਏ ਆ, ਕੁਛ ਨੌਕਰੀਆਂ ਲਈ ਗਏ ਆ ਜਿਵੇਂ ਹੋਰ ਦੇਸ਼ਾਂ ਦੇ ਲੋਕ ਜਾਂਦੇ ਨੇ, ਪਰ ਕਿਤੇ ਨਾ ਕਿਤੇ ਰੇਸਿਜ਼ਮ ਜਿਹੜਾ ਆ ਉਹ ਆਪਾਂ ਦੇਖਦੇ ਹੈਗੇ ਆ। ਹਾਂਜੀ। ਤੇ ਜਾਰਜ ਮਤਲਬ ਉਹਨਾਂ ਦਾ ਹੈਂਕੜ ਭਰਿਆ ਰਵੱਈਆ ਗੋਰਿਆਂ ਦਾ ਕਾਲਿਆਂ ਪ੍ਰਤੀ ਆਪਾਂ ਦੇਖਦੇ ਆ ਤੇ ਨਫ਼ਰਤ ਵੀ ਦੇਖਦੇ ਆ। ਹਾਂਜੀ, ਠੀਕ ਆ, ਤਾਨੇ ਮਿਹਣੇ ਵੀ ਦਿੰਦੇ ਆ, ਗੋ ਬੈਕ ਟੂ ਯੂਅਰ ਕੰਟਰੀਜ਼ ਵੀ ਕਹਿੰਦੇ ਆ, ਹੈ ਨਾ। ਤੇ ਸਾਨੂੰ ਜਿਹੜੇ ਏਸ਼ੀਅਨ ਆ ਆਪਾਂ ਨੂੰ ਵੀ ਇੱਦਾਂ ਦੇ ਮਿਹਣੇ ਕਿਤੇ ਕਿਤੇ ਸੁਣਨ ਨੂੰ ਮਿਲਦੇ ਹੈਗੇ ਆ, ਹੈ ਨਾ। ਕਿਤੇ ਕਿਤੇ ਜਿਹੜੇ ਸਰਦਾਰ ਆ ਉਹਨਾਂ ਨੂੰ ਵੀ ਟੈਰਰਿਸਟ ਸਮਝਿਆ ਜਾਂਦਾ, ਇਸਲਾਮਿਕ ਟੈਰਰਿਸਟ ਨਾਲ ਜੋੜ ਕੇ ਉਹਨਾਂ 'ਤੇ ਵੀ ਹਮਲੇ ਹੁੰਦੇ ਦੇਖਦੇ ਆਪਾਂ ਵੀ ਪਗੜੀ ਕਰਕੇ, ਹੈ ਨਾ। ਤੇ ਸਰਕਾਰ ਨੇ ਕੁਛ ਉਪਰਾਲੇ ਵੀ ਕੀਤੇ ਆ ਜਾਂ ਥੋੜ੍ਹਾ ਜਿਹਾ ਮੀਡੀਆ ਰਾਹੀਂ ਪ੍ਰਚਾਰ ਵੀ ਕਰਨ ਦਾ ਯਤਨ ਕੀਤਾ ਵੀ ਸਿੱਖ ਹੋਰ ਨੇ
ਤੇ ਅਰਬੀ ਲੋਕ ਹੋਰ ਨੇ, ਹੈ ਨਾ। ਹਾਂਜੀ, ਉਹ ਦਸਤਾਰ ਕਰਕੇ ਕਨਫਿਊਜ਼ ਹੁੰਦੇ ਨੇ। ਬਿਲਕੁਲ। ਜਾਰਜ ਫਲਾਇਡ ਦਾ ਮਸਲਾ ਸੀਗਾ ਵੀ ਤੁਸੀਂ ਦੇਖੋ ਉਹ ਕਈ ਮਿੰਟ ਜਿਹੜਾ ਆ ਉਹਦੀ ਧੌਣ ਤੇ ਗੋਡਾ ਰੱਖ ਛੱਡਿਆ, ਜਿਹੜਾ ਸੰਬੰਧਿਤ ਅਫਸਰ ਆ ਜਿਹੜਾ ਵਾਈਟ ਸੀਗਾ, ਹੈ ਨਾ। ਤੇ ਬੜਾ ਰੌਲਾ ਰੱਪਾ ਪਿਆ, ਪੂਰਾ ਦੇਸ਼ ਹਿੱਲਿਆ ਸੀਗਾ ਜਦੋਂ ਬਲੈਕ ਲਾਈਵਸ ਮੈਟਰ ਆਪਾਂ ਸਾਰੇ ਜਾਣਦੇ ਹੀ ਹਾਂ। ਤੇ ਹੁਣ ਜਿਹੜੀ ਸਜ਼ਾ ਮਿਲੀ ਆ ਅਦਾਲਤ ਵੱਲੋਂ ਉਹ ਵੀ ਮਿਸਾਲੀ ਸਜ਼ਾ ਆ। 21 ਸਾਲ ਦੀ ਸਜ਼ਾ ਥੋੜ੍ਹੀ ਨਹੀਂ ਹੁੰਦੀ ਤੇ ਅਦਾਲਤ ਨੇ ਸਖਤ ਟਿੱਪਣੀਆਂ ਵੀ ਕੀਤੀਆਂ ਹੈਗੀਆਂ ਤੇ 21 ਸਾਲ ਦੀ ਸਜ਼ਾ ਵੀ ਉਸ ਸੰਬੰਧਿਤ ਪੁਲਿਸ ਅਫਸਰ ਨੂੰ ਕੀਤੀ ਆ। ਮੈਂ ਸਮਝਦਾ ਵੀ ਇਹੋ ਜਿਹੀ ਮਿਸਾਲੀ ਸਜ਼ਾ ਹੋਰ ਅਫਸਰਾਂ ਲਈ ਵੀ ਸਬਕ ਬਣੂਗੀ। ਬਿਲਕੁਲ ਜੀ, ਰੇਸਿਜ਼ਮ ਕਿਤੇ ਵੀ ਹੋਵੇ ਬੁਰੀ ਹੈ, ਚਾਹੇ ਉਹ ਭਾਰਤ ਵਿੱਚ ਹੈ ਜਾਂ ਨੌਜਵਾਨ ਸੀ ਜਾਰਜ ਫਲਾਇਡ, ਕੋਈ ਮਤਲਬ ਨੌਜਵਾਨ ਬੱਚਾ ਸੀਗਾ ਦੁਨੀਆ ਦੇ ਕਿਸੇ, ਕਿਉਂਕਿ ਮੈਂ ਮਾਰਟਿਨ ਲੂਥਰ ਜੀ ਦੀ ਗੱਲ ਕੀਤੀ ਹੈ, ਕਿਸੇ ਔਨ ਲੁੱਕਰ ਨੇ ਨਾ ਜਿਹੜਾ ਕੋਈ ਲਾਗੇ ਖੜੇ ਸੀ, ਕਿਸੇ ਲੇਡੀ ਨੇ ਉਹਦੀ ਵੀਡੀਓ ਬਣਾਈ, ਉਹ ਫਿਰ ਵਾਇਰਲ ਹੋਈ, ਕਈ ਕੁਛ ਹੋਇਆ ਜੀ। ਮਾਰਟਿਨ ਲੂਥਰ ਉਹ ਹਮੇਸ਼ਾ ਇਹ ਗੱਲ ਮਾਰਟਿਨ ਲੂਥਰ ਕਿੰਗ ਜਿਹਨੂੰ ਕਹਿੰਦੇ ਮਾਰਟਿਨ ਲੂਥਰ ਕਿੰਗ, ਔਰ ਉਹਨਾਂ ਨੇ ਹਮੇਸ਼ਾ ਹੀ ਇਹ ਗੱਲ ਕਹੀ ਹੈ ਕਿ ਜੇ ਇਨਜਸਟਿਸ, ਅਨਿਆਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਹੁੰਦਾ ਹੈ, ਇਹਦਾ ਮਤਲਬ ਹੈ ਪੂਰੀ ਦੁਨੀਆ 'ਚ ਹੋ ਰਿਹਾ ਹੈ, ਕਿਉਂਕਿ ਉਹ ਐਗਜ਼ਿਸਟ ਕਰ ਰਿਹਾ। ਬਿਲਕੁਲ। ਹਿਊਮਨ ਲਾਈਫ ਮੈਟਰਸ। ਜਦੋਂ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਤਾਂ ਕਿਤੇ ਵੀ ਹਿਊਮਨ ਰਾਈਟਸ ਦੇ ਖਿਲਾਫ ਕੋਈ ਗੱਲ ਹੁੰਦੀ ਦੁਨੀਆ ਦੇ ਕਿਸੇ ਵੀ ਕੋਨੇ 'ਚ, ਇਹਦਾ ਮਤਲਬ ਇਨਸਾਨ ਦੀ ਸੋਚ ਦੇ ਵਿੱਚ ਇਹ ਗੱਲ ਹੈ। ਬਿਲਕੁਲ। ਜੇ ਅੱਜ ਉੱਥੇ ਹੈ ਤੇ ਅੱਜ ਇੱਥੇ ਵੀ ਹੋ ਸਕਦੀ ਹੈ। ਬਿਲਕੁਲ। ਇਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਵਾਸ਼ ਆਊਟ ਕਿੱਦਾਂ ਕੀਤਾ ਜਾਵੇ ਜੀ, ਇਸ ਗੱਲ ਦੇ ਉੱਤੇ ਜ਼ਿਕਰ ਕੀਤਾ ਜਾਂਦਾ ਹੈ। ਔਰ ਕਈ ਵਾਰ ਨਾ ਐਕਸਪਰਟਸ ਇਹ ਵੀ ਕਹਿੰਦੇ ਨੇ, ਕਹਿੰਦੇ ਸਭ ਤੋਂ ਬਿਹਤਰੀਨ ਪਾਲਿਸੀਜ਼ ਕਿਹੜੀਆਂ ਹੁੰਦੀਆਂ ਨੇ ਜੋ ਗਵਰਨਮੈਂਟ ਬਣਾ ਸਕਣ। ਕਹਿੰਦੇ ਹਿਊਮਨ ਰਾਈਟਸ ਦੇ ਉੱਤੇ ਬੇਸ ਕਰ ਦਿਓ, ਸਾਰੀਆਂ ਪਾਲਿਸੀਜ਼ ਸੂਟ ਕਰਨਗੀਆਂ। ਪਰ ਇਸ ਵਕਤ ਹਿਊਮਨ ਰਾਈਟਸ ਦੇ ਉੱਤੇ ਪਾਲਿਸੀਜ਼ ਬੇਸਡ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ, ਤਾਂ ਕਿਹਾ ਜ਼ਰੂਰ ਜਾਂਦਾ ਪਰ ਬੇਸ ਨਹੀਂ। ਇਸ ਕਰਕੇ ਉਹ ਮੁਨਾਫਾ ਬੇਸਡ ਪਾਲਿਸੀਜ਼ ਨੇ। ਨੀਤੀ ਹਰ ਜਿਹੜੀ ਆ ਉਹ ਮੁਨਾਫੇ ਨਾਲ ਜੋੜ ਕੇ ਦੇਖੀ ਜਾਂਦੀ ਆ, ਔਰ ਇਸ ਕਰਕੇ ਤੇ ਮੁਨਾਫਾ ਕਿੱਥੋਂ ਹੋਣਾ, ਉਹ ਚ ਲਾਈਵਸ, ਹਿਊਮਨ ਲਾਈਵਸ ਡੋਂਟ ਮੈਟਰ ਐਟ ਆਲ, ਹੈ ਨਾ। ਬਿਲਕੁਲ। ਉਹਨੂੰ ਮਤਲਬ ਮਨੁੱਖੀ ਜ਼ਿੰਦਗੀ ਤਾਂ ਜਿਹੜੀ ਉਹਨੂੰ ਕੋਈ ਤਰਜੀਹ ਨਹੀਂ, ਕੋਈ ਮਤਲਬ ਉਹਦਾ ਕੋਈ ਮੁੱਲ ਹੀ ਨਹੀਂ ਗਾਜਣਗੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਹਰ ਚੀਜ਼ ਨੂੰ ਅਸੀਂ ਬਿਜ਼ਨਸ ਬਣਾ ਦਿੱਤਾ ਗਿਆ। ਬਿਲਕੁਲ। ਜਿਹੜੇ ਦੇਸ਼ ਨੇ ਨਾ ਵੱਖ-ਵੱਖ, ਐਕਸਪਰਟਸ ਕਹਿੰਦੇ ਨੇ ਇਹ ਦੇਸ਼ ਨਹੀਂ ਰਹਿ ਗਏ, ਹੁਣ ਕੰਪਨੀਆਂ ਬਣ ਗਈਆਂ ਨੇ ਬਿਲਕੁਲ, ਜਿਹੜੀਆਂ ਪ੍ਰੋਫਿਟ ਐਂਡ ਲਾਸ ਨੂੰ ਦੇਖ ਕੇ ਚੱਲਦੀਆਂ ਨੇ। ਇਸ ਕਰਕੇ ਹਿਊਮਨ ਲਾਈਫ ਮੈਟਰ ਨਹੀਂ ਕਰਦੀ। ਕਾਰਪੋਰੇਟ ਸੈਕਟਰ ਜਿਹੜਾ ਹੈ ਨਾ ਦੁਨੀਆ ਨੂੰ ਇਸ ਵੇਲੇ ਚਲਾ ਰਿਹਾ ਹੈ, ਕਿਉਂਕਿ ਲਾਈਫ ਨੂੰ ਅਸੀਂ ਬੈਲੈਂਸ ਸ਼ੀਟ ਬਣਾ ਦਿੱਤਾ। ਬਿਲਕੁਲ। ਸ਼ੇਅਰ ਮਾਰਕੀਟ ਦੇ ਵਾਕਣ ਕੇ ਉੱਪਰ ਗ੍ਰਾਫ ਹੈ ਕਿ ਥੱਲੇ ਗ੍ਰਾਫ ਹੈ, ਉਹਦੇ ਮੁਤਾਬਿਕ ਤੁਰਨਾ। ਹਿਊਮਨ ਲਾਈਫ ਮੈਟਰ ਹੀ ਨਹੀਂ ਕਰਦੀ। ਔਰ ਪੂਰੀ ਨੇਚਰ ਨੂੰ ਅਸੀਂ ਦੌਲਤ ਦੇ ਵਿੱਚ ਬਦਲਣ ਦੇ ਵਾਸਤੇ ਲੱਗੇ ਹੋਏ ਹਾਂ ਪੂਰੀ ਜ਼ੋਰ ਨਾਲ। ਇਸ ਕਰਕੇ ਹਿਊਮਨ ਲਾਈਫ ਮੈਟਰ ਨਹੀਂ ਕਰਦੀ, ਪ੍ਰੋਫਿਟ ਐਂਡ ਲਾਸ। ਔਰ ਇਹ ਚੀਜ਼ ਚੱਲ ਰਹੀ ਹੈ। ਔਰ ਇਹਦੇ ਉੱਤੇ ਇੱਕ ਰਿਪੋਰਟ ਵੀ ਆਈ ਆ। ਰਿਪੋਰਟ ਇਹ ਆਈ ਹੈ ਕਿ ਆਉਣ ਵਾਲੇ 12 ਮਹੀਨਿਆਂ ਦੇ ਵਿੱਚ, 1 ਜਾਂ 1.5 ਸਾਲ ਦੇ ਅੰਦਰ, ਪੂਰੀਆਂ ਵਰਲਡ ਦੀਆਂ ਜਿਹੜੀਆਂ ਇਕੋਨਮੀਜ਼ ਨੇ ਉਹਦੇ ਵਿੱਚ ਕਈ ਇੰਪੋਰਟੈਂਟ ਇਕੋਨਮੀਜ਼ ਜਿੱਦਾਂ ਅਮਰੀਕਾ ਦੀ ਹੈ, UK ਦੀ ਹੈ, ਸਾਊਥ ਕੋਰੀਆ ਹੈ, ਔਰ ਉਸ ਤੋਂ ਇਲਾਵਾ ਜਾਪਾਨ ਦੀ ਵੀ ਗੱਲ ਹੋ ਰਹੀ ਆ। ਸੋ ਕਈ ਐਸੀਆਂ ਇਕੋਨਮੀਜ਼ ਨੇ ਜੋ ਮੰਦੀ ਵੱਲ ਵੱਧਦੀਆਂ ਪਈਆਂ ਨੇ, ਔਰ ਜਿਹਦਾ ਨਤੀਜਾ ਪੂਰੇ ਵਰਲਡ ਨੂੰ ਭੁਗਤਣਾ ਪੈ ਸਕਦਾ ਹੈ। ਕਿਉਂਕਿ ਇਹ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਕਿਉਂਕਿ ਜੋ ਕਾਸਟ ਆਫ ਲਿਵਿੰਗ ਹੈ ਉਹ ਵੱਧਦੀ ਪਈ ਹੈ, ਮਹਿੰਗਾਈ ਵੱਧਦੀ ਪਈ ਹੈ। ਆਮ ਬੰਦੇ ਦਾ ਤਾਂ ਜੀਣਾ ਦੁੱਭਰ ਹੈ, 2 ਡੰਗ ਦੀ ਰੋਟੀ ਨਹੀਂ ਖਾ ਸਕਦਾ। ਔਰ ਉਹੀ ਪਾਲਿਸੀਜ਼ ਦੀ ਗੱਲ ਜੋ ਤੁਸੀਂ ਕਹਿ ਰਹੇ ਹੋ, ਪ੍ਰੋਫਿਟ ਐਂਡ ਲਾਸ, ਔਰ ਪਾਲਿਸੀਆਂ ਇੰਨੀਆਂ ਸਖਤ ਹੋ ਚੁੱਕੀਆਂ ਨੇ ਸਟ੍ਰਿਕਟਲੀ ਟੂ ਦ ਪ੍ਰੋਫਿਟ, ਔਰ ਹਿਊਮਨ ਲਾਈਫ ਡਸ ਨਾਟ ਮੈਟਰ। ਸੋ ਇਹ ਚੀਜ਼ਾਂ ਬਹੁਤ ਖਤਰਨਾਕ ਨੇ। ਤਾਂ ਹੀ ਅਸੀਂ ਹਿਊਮਨ ਰਾਈਟਸ ਦੀ ਵੀ ਗੱਲ ਕਰਦੇ ਹਾਂ, ਔਰ UN ਦੇ ਵਿੱਚ ਤਾਂ ਖਾਸ ਤੌਰ 'ਤੇ ਇਸ ਚੀਜ਼ ਦੀ ਗੱਲ ਹੁੰਦੀ ਰਹਿੰਦੀ ਹੈ ਕਿ ਕੁਝ ਵੀ ਕਰੋ ਦੁਨੀਆ ਦੇ ਵਿੱਚ, ਕਿਤੇ ਵੀ ਹੋਵੇ, ਹਿਊਮਨ ਰਾਈਟਸ ਦੇਖੋ। ਹੁਣ ਯੂਕਰੇਨ ਦੀ ਜਿਹੜੀ ਵਾਰ ਚੱਲਦੀ ਪਈ ਹੈ ਰਸ਼ੀਆ ਦੀ, ਹਿਊਮਨ ਰਾਈਟਸ ਕਿੱਥੇ ਨੇ? ਹੁਣ ਕੀ ਕੁਝ ਹੋ ਗਿਆ ਉੱਥੇ? ਹੁਣ ਰਹਿ ਵੀ ਕੀ ਗਿਆ ਹੋਣਾ? ਸਭ ਕੁਝ ਤੇ ਹੋ ਗਿਆ, ਪਰ ਸਟਿਲ ਹਥਿਆਰ ਸਪਲਾਈ ਹੋ ਰਹੇ ਨੇ, ਸਟਿਲ ਵਾਰ ਇਜ਼ ਗੋਇੰਗ ਔਨ, ਹਿਊਮਨ ਲਾਈਫਸ ਜਾ ਰਹੀਆਂ ਨੇ। ਉਹੀ ਗੱਲ, ਹਿਊਮਨ ਲਾਈਫ ਡਸ ਨਾਟ ਮੈਟਰ। ਉੱਥੇ ਵੀ ਵਾਰ ਇਜ਼ ਬਿਜ਼ਨਸ, ਪ੍ਰੋਫਿਟ ਕਿੱਥੋਂ ਹੋਏਗਾ? ਕਿਉਂਕਿ ਆਪਣੇ ਹਥਿਆਰ ਜੰਗ ਇਸ ਵੇਲੇ ਨਾ ਕਾਰੋਬਾਰ ਬਣ ਚੁੱਕੀ ਆ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਵੈਪਨ ਬਣਾਉਣਾ ਸੈਟੇਲਾਈਟ ਇੰਡਸਟਰੀ ਆ। ਜਿਹੜੀ ਚੀਜ਼ ਬਣੇਗੀ ਉਹਨੂੰ ਕਿਤੇ ਨਾ ਕਿਤੇ ਵੇਚਣਾ ਵੀ ਤਾਂ ਹੈ ਨਾ, ਇਸਤੇਮਾਲ ਵੀ ਤਾਂ ਕਰਨਾ ਹੈ। ਸੋ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਸੋ ਹੁਣ ਆਪਾਂ ਅੱਗੇ ਵਧਦੇ ਹਾਂ ਸੱਤੀ ਜੀ। ਔਰ ਪੰਜਾਬ ਦੇ ਵਿੱਚ ਤੇ ਅੱਜ ਸਵੇਰ ਦਾ ਹੀ ਪੁਲਿਸ ਨੇ ਕਾਫੀ ਘੇਰਿਆ ਪਾਏ ਹੋਏ ਨੇ। ਭੋਗਪੁਰ ਪਿੰਡ ਦੇ ਲਾਗੇ ਇੱਕ ਪਿੰਡ ਹੈਗਾ ਕਿੰਗਰਾ ਚੋ ਵਾਲਾ, ਹਾਂਜੀ, ਉੱਥੇ ਤੇ ਕਹਿੰਦੇ ਪੂਰੀ ਨਫਰੀ ਪਹੁੰਚੀ ਹੋਈ ਹੈ ਪੁਲਿਸ ਦੀ, ਤੇ ਰੇਡਸ ਹੋ ਰਹੇ ਨੇ। ਕਿਉਂਕਿ ਦੇਖੋ SSP ਦੀ ਅਗਵਾਈ 'ਚ, SSP ਰੂਰਲ ਜਿਹੜੇ ਆ ਜਲੰਧਰ ਦੇ, ਉਹਨਾਂ ਦੀ ਅਗਵਾਈ 'ਚ 300 ਬੰਦਾ ਪੁਲਿਸ ਦਾ ਉੱਥੇ ਲੱਗਾ ਹੋਇਆ ਕਿੰਗਰਾ ਚੋ ਵਾਲੇ 'ਚ, ਹੈ ਨਾ। ਔਰ ਅਰਪਤ ਸ਼ੁਕਲਾ ਜਿਹੜੇ ਸੀਨੀਅਰ ਆਫੀਸਰ ਨੇ ਉਹ ਜਲੰਧਰ ਬੈਠੇ ਆ, ਹੈ ਨਾ।
ਇਸੇ ਤਰ੍ਹਾਂ ਹੋਰ ਆਫੀਸਰ ਕੋਈ ਅੱਜ ਮੋਹਾਲੀ ਬੈਠੇ ਨੇ ਪੁਲਿਸ ਦੇ ਸੀਨੀਅਰ, ਤੇ ਜਿਹੜੀ ਮੈਨੂੰ ਲੱਗਦਾ ਵੀ ਸਰਕਾਰ ਨਾ ਨਸ਼ਿਆਂ ਦੇ ਖਿਲਾਫ, ਕਿਉਂਕਿ ਇਹ ਸਰਕਾਰ ਵੀ ਥੋੜ੍ਹਾ ਜਿਹਾ ਇਹਦੀ ਵੀ ਲੋਕ ਖਿਚਾਈ ਕਰ ਰਹੇ ਆ, ਵਿਰੋਧੀ ਧਿਰਾਂ ਵੀ ਕਰ ਰਹੀਆਂ ਵੀ ਸਾਡੀ ਵਾਰੀ ਰੌਲਾ ਪਾਉਂਦੇ ਸੀਗੇ, ਹੈ ਨਾ। ਸੋ ਮੈਨੂੰ ਲੱਗਦਾ ਵੀ ਹੁਣ ਜਿਹੜੇ ਪਿੰਡਾਂ ਤੱਕ ਜਿਹੜਾ ਨੈਟਵਰਕ ਫੈਲ ਚੁੱਕਾ ਨਸ਼ਿਆਂ ਦੀ ਸਪਲਾਈ ਦਾ, ਤੇ ਸਰਕਾਰ ਕਰੜਾ ਹੱਥ ਪਾਉਣ ਲੱਗੀ ਆ, ਜੋ ਹੁਣ ਲੱਗਦਾ ਹੈਗਾ, ਹੈ ਨਾ। ਕਿੰਗਰਾ ਚੋਅ ਵਾਲਾ ਵੀ ਤੁਸੀਂ ਦੇਖ ਲਓ ਵੀ ਜਲੰਧਰ ਭੋਗਪੁਰ ਜਾਂ ਜਲੰਧਰ ਪਠਾਨਕੋਟ ਰੋਡ ਤੇ ਕਾਲੇ ਬੱਕਰੇ ਤੋਂ ਸਾਈਡ ਨੂੰ ਪੈਂਦਾ ਪਿੰਡ ਕਿੰਗਰਾ ਚੋਅ ਵਾਲਾ, ਔਰ 300 ਬੰਦਾ ਪਿੰਡ 'ਚ ਜਾਣਾ ਇੱਦਾਂ ਕਦੀ ਸੁਣਿਆ ਨਹੀਂ ਸੀ, ਪਹਿਲੀ ਵਾਰੀ, ਹੈ ਨਾ, ਪਹਿਲੀ ਵਾਰ ਸੁਣਿਆ। ਔਰ ਕਹਿੰਦੇ ਆ ਹੈਰੋਇਨ ਦੀ ਬਰਾਮਦਗੀ ਵੀ ਹੋਈ ਹੈ, ਹਾਂਜੀ, ਔਰ ਸ਼ਾਇਦ ਇੱਕ ਲੇਡੀ ਨੂੰ ਵੀ ਰਾਉਂਡ ਅਪ ਕੀਤਾ। ਖਬਰਾਂ ਇੰਨੀਆਂ ਕਾਈਆਂ ਸੀ, ਹੋਰ ਲੋਕ ਵੀ ਹੋ ਸਕਦੇ, ਹੋਰ ਨਸ਼ਿਆਂ ਦੀ ਮਤਲਬ ਕੋਈ ਬਰਾਮਦਗੀ ਵੀ ਹੋ ਸਕਦੀ ਆ। ਜਿਹੜੀਆਂ ਇਨੀਸ਼ੀਅਲ ਖਬਰਾਂ ਆਈਆਂ ਉਹ ਇਹ ਆ ਵੀ ਹੈਰੋਇਨ ਬਰਾਮਦ ਹੋਈ ਆ, ਇੱਕ ਔਰਤ ਨੂੰ ਰਾਉਂਡ ਅਪ ਕੀਤਾ। ਤੇ ਮੈਨੂੰ ਲੱਗਦਾ ਵੀ ਦੇਖੋ ਕਿੰਨਾ ਰੌਲਾ ਰੱਪਾ ਕਾਂਗਰਸ ਸਰਕਾਰ ਵੀ ਪਾਉਂਦੀ ਹੁੰਦੀ ਸੀ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਣੀ ਨੇ, ਰਾਜਾ ਸਾਹਿਬ ਨੇ ਵੀ ਗੁਟਕਾ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਸਰਕਾਰ ਬਣਾਉਣ ਤੋਂ ਪਹਿਲਾਂ, ਭਈ 4 ਹਫ਼ਤਿਆਂ ਦੇ ਵਿੱਚ ਜਿਹੜਾ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗੇ। ਮੁੜ ਕੇ ਆਪਣੇ ਫਾਰਮ ਹਾਊਸ ਤੇ ਬੈਠੇ ਰਹੇ ਜਾਂ ਮਹਿਲਾਂ 'ਚ ਬੈਠੇ ਰਹੇ, ਬਾਹਰ ਹੀ ਨਹੀਂ ਨਿਕਲੇ, ਉੱਤੇ ਹੀ ਸਾਰਾ ਕੁਝ ਕੰਟਰੋਲ ਕਰਦੇ ਸੀ। ਹਾਂ ਬੇਟਾ ਸਭ ਠੀਕ ਚੱਲ ਰਿਹਾ ਹੈ, ਹਾਂ ਬੇਟਾ ਤੇ ਬਾਹਰ ਨਿਕਲ ਹੀ ਨਹੀਂ, ਹੈ ਨਾ। ਸੋ ਔਰ ਲੋਕ ਕਹਿੰਦੇ ਵੀ ਅੰਦਰ ਖਾਤੇ ਇਹਨਾਂ ਦੀ ਭਿਆਲੀ ਵੀ ਸੀਗੀ ਅਕਾਲੀਆਂ ਦੇ ਨਾਲ, ਹੈ ਨਾ, ਤੇ ਕਿਸੇ ਨੇ ਹੱਥ ਨਹੀਂ ਪਾਇਆ। ਔਰ ਉਹ ਜਿਹੜਾ ਨਸ਼ੇ ਦਾ ਦੈਂਤ ਉਹ ਪੰਜਾਬ ਦੇ ਵਿੱਚ ਉੱਦਾਂ ਹੀ ਦੰਦਨਾਉਂਦਾ ਫਿਰ ਰਿਹਾ ਅੱਜ ਤੱਕ। ਤੁਸੀਂ ਦੇਖੋ ਸੰਜੀਵ ਜੀ, ਜਿਨ੍ਹਾਂ ਲੋਕਾਂ ਦੇ ਬੱਚੇ ਮਰੇ ਨੇ, ਜਿਨ੍ਹਾਂ ਦੇ ਘਰ ਉਜੜੇ ਆ, ਹੈ ਨਾ, ਜਿਨ੍ਹਾਂ ਦੇ ਪੁੱਤ ਨਸ਼ੇੜੀ ਹੋ ਗਏ, ਨੋਹਾਂ ਛੱਡ ਕੇ ਚਲੇ ਗਈਆਂ, ਜੀ ਠੀਕ ਹੈ, ਬੱਚੇ ਮਤਲਬ ਸੱਸਾਂ ਮਤਲਬ ਉਹ ਮਾਵਾਂ ਸਾਂਭਦੀਆਂ ਬੁੱਢੀਆਂ, ਹੈ ਨਾ, ਤੇ ਉਹਨਾਂ ਘਰਾਂ ਦਾ ਕੀ ਹਾਲ ਹੋਊਗਾ ਜਿੱਥੇ ਘਰ ਦੀ ਕੋਈ ਸੂਈ ਸਲਾਈ ਜਿਹੜੀ ਚੀਜ਼ ਹੱਥ ਆਉਂਦੀ ਆ ਨਸ਼ੇੜੀ ਬੱਚੇ ਚੁੱਕ ਕੇ ਵੇਚ ਰਹੇ ਆ, ਹੈ ਨਾ। ਤੇ ਮਾਵਾਂ ਦਰ ਭਟਕ ਰਹੀਆਂ, ਭਰਾ ਕੋਈ ਜਿਹੜਾ ਕੋਈ ਇਹ ਤੋਂ ਬਚ ਗਿਆ ਉਹ ਲੈ ਕੇ ਫਿਰਦਾ ਕਿਸੇ ਆਪਣੇ ਭਰਾ ਨੂੰ, ਕੋਈ ਔਰ ਮਤਲਬ ਤੁਸੀਂ ਦੇਖੋ ਪਹਿਲਾਂ ਤਾਂ ਆਪਾਂ ਕਹਿੰਦੇ ਸੀ ਵੀ ਮੁੰਡੇ ਨਸ਼ੇੜੀ ਨੌਜਵਾਨ ਹੀ ਹੋ ਰਹੇ ਆ, ਜੀ ਜੀ, ਕਿੰਨੀਆਂ ਬੱਚੀਆਂ ਇਸ ਵੇਲੇ ਜਿਹੜੀਆਂ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਧਸੀਆਂ ਹੋਈਆਂ, ਹੈ ਨਾ। ਬਿਲਕੁਲ ਸਹੀ ਗੱਲ ਹੈ। ਔਰ ਇਹ ਕਾਰੋਬਾਰ ਹੈ, ਕਾਰੋਬਾਰ ਆ, ਹੈ ਨਾ, ਕਾਰੋਬਾਰ ਕਹਿੰਦੇ ਆ। ਫਿਰ ਆਪਣੀ ਉਹੀ ਗੱਲ ਆ ਜਾਂਦੀ, ਹਿਊਮਨ ਲਾਈਫ ਡਸ ਨਾਟ ਮੈਟਰ। ਇੰਨਾ ਨਸ਼ਾ ਪੰਜਾਬ ਦੀ ਧਰਤੀ ਦੇ ਉੱਤੇ ਕਦੀ ਅਸੀਂ ਮੰਨ ਨਹੀਂ ਸਕਦੇ ਸੀ। ਬਿਲਕੁਲ। ਔਰ ਕਿਉਂਕਿ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਿਕ ਇਹ ਹੈ ਕਿ ਨੈਟਵਰਕ ਇੰਨਾ ਜ਼ਬਰਦਸਤ ਹੈ, ਕੁਝ ਨਹੀਂ ਪਤਾ ਕੌਣ ਬੰਦਾ ਇਹਦੇ 'ਚ ਇਨਵੋਲਵ ਹੈ। ਮੰਨ ਲਓ ਕੋਈ ਸੜਕ ਦੇ ਉੱਤੇ ਖੜਾ ਹੋ ਕੇ ਕੋਈ ਗੰਨੇ ਦਾ ਰਸ ਵੇਚਦਾ ਪਿਆ, ਐਗਜ਼ਾਮਪਲ ਆ, ਹੋ ਸਕਦਾ ਅੰਦਰ ਖਾਤੇ ਉਹ ਨਸ਼ਾ ਵੀ ਸਪਲਾਈ ਕਰਦਾ ਹੋਵੇ, ਕੋਈ ਵੱਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ। ਔਰ ਕਈ ਥਾਂ ਦੇ ਉੱਤੇ ਕਹਿੰਦੇ ਜਿਹੜੇ ਮੰਗਤੇ ਆਪਾਂ ਦੇਖਦੇ ਆ, ਹਾਂਜੀ, ਆ ਚੌਂਕਾਂ ਦੇ ਵਿੱਚ, ਹਾਂਜੀ, ਇਹਨਾਂ ਵਿੱਚ ਵੀ ਕੋਈ ਹੋਵੇ, ਉਹ ਸਿਗਨਲਸ ਦੇ ਉੱਤੇ ਕਾਰਾਂ ਦੇ ਸ਼ੀਸ਼ੇ ਸਾਫ਼ ਕਰਦੇ ਨੇ, ਹੋ ਸਕਦਾ ਨਸ਼ਾ ਵੀ ਸਪਲਾਈ ਕਰਦੇ ਹੋਣ, ਕਿਉਂਕਿ ਕੁਝ ਨਹੀਂ ਪਤਾ, ਨੈਟਵਰਕ ਇੰਨਾ ਜ਼ਬਰਦਸਤ ਹੈ। ਹੁਣ ਇਹ ਕਾਰੋਬਾਰ ਕਦੋਂ ਦਾ ਸ਼ੁਰੂ ਹੋਇਆ, ਕਿੰਨੀਆਂ ਜੜ੍ਹਾਂ ਤੱਕ ਪਹੁੰਚਿਆ ਹੋਇਆ, ਇਹ ਕਦੋਂ ਤੱਕ ਚੱਲਣਾ ਹੈ, ਕੋਈ ਇਹਨੂੰ ਨੱਥ ਪਾਉਣੀ ਹੈ ਕਿ ਨਹੀਂ ਪਾਉਣੀ, ਕਿ ਸਿਰਫ ਵਾਅਦੇ ਹੀ ਹੋਣੇ ਨੇ। ਔਰ ਮਾਨ ਸਰਕਾਰ ਨੇ ਵੀ ਕਾਫੀ ਲੰਬਾ ਚੌੜਾ ਵਾਅਦਾ ਕੀਤਾ ਸੀ ਕਿ ਆਉਣ ਸਾਰੀ ਅਸੀਂ ਮਤਲਬ ਨੱਪ ਲੈਣੇ ਨੇ ਸਾਰੇ। ਹੁਣ ਆ ਦੇਖੋ, ਚਲੋ ਇਹ ਨੱਪਣ ਦੀ ਕੋਸ਼ਿਸ਼ ਚੱਲਦੀ ਤਾਂ ਪਈ ਹੈ, ਹੁਣ ਦੇਖੋ ਰਿਜ਼ਲਟ ਕੀ ਆਉਂਦੇ ਨੇ। ਜੋ ਮੈਨੂੰ ਅੱਜ ਦੀ ਕਾਰਵਾਈ ਤੋਂ ਲੱਗਦਾ ਵੀ ਸਰਕਾਰ ਗੰਭੀਰ ਹੋਈ ਆ ਇਸ ਮਸਲੇ ਨੂੰ ਲੈ ਕੇ, ਹੈ ਨਾ। ਤੇ ਪਿੱਛੇ ਜੇ ਹੁਣ ਇਹ ਵੀ ਦੋਸ਼ ਲੱਗਦਾ ਸੀਗਾ ਵੀ ਜਿਹੜੀ ਦਵਾਈ ਦਿੱਤੀ ਜਾਂਦੀ ਆ ਨਸ਼ਾ ਛਡਾਊ ਕੇਂਦਰਾਂ ਤੇ, ਉਹਦੀਆਂ ਲੱਖਾਂ ਗੋਲੀਆਂ ਦੀ ਖੇਪ ਜਿਹੜੀ ਆ ਉਹ ਗਾਇਬ ਪਾਈ ਗਈ ਆ, ਇੱਦਾਂ ਦੀਆਂ ਖਬਰਾਂ ਵੀ ਆ ਰਹੀਆਂ। ਔਰ ਸਰਕਾਰੀ, ਔਰ ਉਹਦੇ ਬਾਰੇ ਜਾਂਚ ਹੋ ਰਹੀ ਆ ਜੀ। ਸਰਕਾਰੀ ਨਸ਼ਾ ਛੁਡਾਊ ਕੇਂਦਰ, ਬਿਲਕੁਲ, ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ, ਉਹਦੀ ਵੀ ਆਪਸ ਚ ਕੰਪੈਰੀਜ਼ਨ ਹੁੰਦਾ। ਔਰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਐਕਸਪਲੋਇਟੇਸ਼ਨ ਵੀ ਆਪਾਂ ਦੇਖਦੇ ਆ, ਜ਼ਿਆਦਾ ਆ। ਕਿੰਨੇ ਪੈਸੇ ਲੋਕਾਂ ਤੋਂ ਬਟੋਰ ਰਹੇ ਆ, ਔਰ ਕਿਤੇ ਮਾਰਕੁੱਟ ਵੀ ਕਰਦੇ ਆ, ਕਹਿੰਦੇ ਹੋ ਸਕਦਾ। ਔਰ ਕਈ ਵਾਰ ਕਹਿੰਦੇ ਨੇ ਕਿ ਉੱਥੇ ਜਾ ਕੇ ਜ਼ਿਆਦਾ ਨਸ਼ੇੜੀ ਹੋ ਗਿਆ। ਬਿਲਕੁਲ, ਇਹ ਵੀ ਹੈ। ਤੁਸੀਂ ਦੇਖੋ ਜੇਲ੍ਹਾਂ ਤੱਕ ਨਸ਼ਾ ਪਹੁੰਚਿਆ ਹੋਇਆ, ਜੇਲ੍ਹਾਂ ਤੱਕ, ਜਿਹੜੇ ਹਸਪਤਾਲਾਂ ਦੇ, ਸਰਕਾਰੀ ਹਸਪਤਾਲਾਂ ਦੇ ਨਸ਼ਾ ਛਡਾਊ ਕੇਂਦਰ ਆ, ਉੱਥੇ ਤੱਕ ਨਸ਼ਾ ਪਹੁੰਚਿਆ ਹੋਇਆ ਜੀ। ਸੋ ਇਹ ਹਾਲਾਤ ਜੋ ਬਣੇ ਹੋਏ ਨੇ, ਇਹ ਤੇ ਫਿਰ ਸਰਕਾਰ ਨੂੰ ਤੇ ਨਜਿੱਠਣ ਵਾਸਤੇ ਬਹੁਤ ਸਟਰੋਂਗ ਹੋਣਾ ਪੈਣਾ ਹੀ ਆ। ਐਗਜ਼ੈਕਟਲੀ। ਪਰ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਬਸ਼ਿੰਦੇ ਨੇ ਨਾ, ਉਹਨਾਂ ਨੂੰ ਵੀ ਸਟਰੋਂਗ ਹੋਣਾ ਪੈਣਾ। ਔਰ ਚੰਗੀ ਗੱਲ ਹੈ, ਆਪਾਂ ਕਈ ਵਾਰ ਆਪਣੇ ਪਲੇਟਫਾਰਮ ਤੋਂ ਗੱਲ ਕੀਤੀ ਹੈ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਬੜੀਆਂ ਸਟ੍ਰਿਕਟ ਹੋ ਗਈਆਂ ਨੇ, ਤੇ
ਕਈ ਵਾਰ ਅਨਾਉਂਸਮੈਂਟਸ ਵੀ ਹੁੰਦੀਆਂ ਨੇ। ਦੇਖੋ ਹਾਂਜੀ, ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਉਹ ਪੁਲਿਸ ਨਾਲ ਸਹਿਯੋਗ ਵੀ ਕਰਦੀਆਂ ਨੇ ਜੀ। ਸੋ ਇਹ ਵਧੀਆ ਇੱਕ ਕਦਮ ਹੈ ਕਿ ਅਨਾਉਂਸਮੈਂਟਸ ਵੀ ਹੁੰਦੀਆਂ ਨੇ ਧਾਰਮਿਕ ਸਥਾਨਾਂ ਤੋਂ ਕਿ ਬਈ ਸਾਡੇ ਪਿੰਡ 'ਚ ਕੋਈ ਨਸ਼ਾ ਨਾ ਵੇਚੇ, ਕੋਈ ਨਸ਼ਾ ਨਾ ਖਰੀਦੇ, ਔਰ ਅਲਰਟ ਰਹੋ। ਜਿੱਥੇ ਕੋਈ ਇਦਾਂ ਦਾ ਸ਼ੱਕੀ ਬੰਦਾ ਵੀ ਮਿਲਦਾ ਹੈ ਉਹਦੀ ਰਿਪੋਰਟ ਕਰੋ, ਪੁਲਿਸ ਥਾਣੇ ਨੂੰ ਸੂਚਿਤ ਕਰੋ, ਸਰਪੰਚ ਸਾਹਿਬ ਨੂੰ ਦੱਸੋ। ਜਿੱਥੇ ਕੋਈ ਤੁਹਾਨੂੰ ਇਦਾਂ ਦੀ ਸੂਚਨਾ ਮਿਲਦੀ ਸਰਪੰਚ ਸਾਹਿਬ ਨੂੰ ਦੱਸੋ, ਅਸੀਂ ਪੁਲਿਸ ਤੱਕ ਪਹੁੰਚਾਵਾਂਗੇ। ਸੋ ਇੱਕ ਵਧੀਆ ਗੱਲ ਹੈ। ਸੋ ਪੰਜਾਬ ਨੂੰ ਇਦਾਂ ਹੀ ਇੱਕਮੁੱਠ ਹੋਣਾ ਪੈਣਾ, ਬਿਲਕੁਲ ਜੀ, ਸਾਰੇ ਮਸਲਿਆਂ ਦੇ ਉੱਤੇ, ਸਿਰਫ ਨਸ਼ਾ ਨਹੀਂ ਬਾਕੀ ਮਸਲਿਆਂ ਦੇ ਸਾਰੇ ਮਸਲਿਆਂ ਤਾਂ ਹੀ ਜਾ ਕੇ ਕੰਮ ਬਣਨਾ ਆਪਣਾ ਜੀ। ਹੁਣ ਇੱਕ ਹੋਰ ਘਟਨਾ, ਅਮਰਨਾਥ ਯਾਤਰਾ ਜੋ ਹਰ ਸਾਲ ਹੁੰਦੀ ਹੈ ਉਹ ਮੁਲਤਵੀ ਕੀਤੀ ਗਈ ਕਿਉਂਕਿ ਬੱਦਲ ਫਟਿਆ ਤੇ ਲੋਕਾਂ ਦੀਆਂ ਜਾਨਾਂ ਗਈਆਂ, ਕਈ ਲੋਕ ਲਾਪਤਾ ਵੀ ਨੇ। ਆਰਮੀ ਵੀ ਲੱਗੀ ਹੋਈ ਹੈ, ਆਰਮੀ ਹਰ ਤਰ੍ਹਾਂ ਨਾਲ ਬਚਾਉਣ ਤੇ ਵੀ ਲੱਗੀ ਰਹੀ ਹੈ ਔਰ ਸੰਭਾਲਣ ਤੇ ਵੀ ਲੱਗੀ ਹੋਈ ਹੈ ਔਰ ਲੱਭਣ ਤੇ ਵੀ ਲੱਗੀ ਹੋਈ ਹੈ। ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਪਾਂ ਅਕਸਰ ਦੇਖਦੇ ਹਾਂ ਬਰਸਾਤਾਂ ਦੇ ਮੌਸਮ ਦੇ ਵਿੱਚ ਅਕਸਰ ਬੱਦਲ ਫਟਣ ਦੀਆਂ ਘਟਨਾਵਾਂ ਹੁੰਦੀਆਂ ਨੇ, ਹੜ੍ਹ ਆ ਜਾਂਦੇ ਨੇ। ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ, ਸ਼ੁਰੂ ਤੋਂ ਹੀ ਹੁੰਦਾ ਆ ਰਿਹਾ। ਸੋ ਮੁਸੀਬਤ ਤਾਂ ਬਣੀ ਹੋਈ ਲੋਕਾਂ ਉੱਤੇ। ਦੇਖੋ ਹੁਣ 16 ਮੌਤਾਂ ਤਾਂ ਦੀ ਪੁਸ਼ਟੀ ਹੋ ਗਈ ਔਰ 40 ਤੋਂ ਵੱਧ ਕਹਿੰਦੇ ਸੀ ਲਾਪਤਾ ਆ, ਹੈ ਨਾ ਜੀ। ਤੇ ਹੁਣ ਉਹ ਗਿਣਤੀ ਵੱਧ ਰਹੀ ਆ, ਹੈ ਨਾ, ਲਾਪਤਾ ਲੋਕਾਂ ਦੀ। ਔਰ ਬਿਲਕੁਲ ਅਮਰਨਾਥ ਦੀ ਗੁਫਾ ਦੇ ਕੋਲ ਬੱਦਲ ਫਟਦਾ ਹੈਗਾ। ਤੇ ਦੇਖੋ ਗੱਲ ਤਾਂ ਇਹ ਆ ਵੀ ਪ੍ਰਬੰਧ ਜਿਹੜੇ ਆ ਉਹ ਤਾਂ ਸਰਕਾਰਾਂ ਕਰਦੀਆਂ, ਜੰਮੂ ਕਸ਼ਮੀਰ ਸਰਕਾਰ ਵੀ ਕਰਦੀ ਆ, ਹੈ ਨਾ, ਰਜਿਸਟ੍ਰੇਸ਼ਨ ਹੁੰਦੀ ਆ ਬਕਾਇਦਾ, ਆਪਾਂ ਜਾਣਦੇ ਹਾਂ। ਤੇ ਇੱਕ ਸੀਮਤ ਗਿਣਤੀ ਦੇ ਵਿੱਚ ਜਿਹੜਾ ਲੋਕਾਂ ਦੇ ਗਰੁੱਪ ਉੱਤੇ ਭੇਜੇ ਜਾਂਦੇ ਆ, ਹੈ ਨਾ। ਬੇਸ ਕੈਂਪ ਨੇ ਪਹਿਲਗਾਮ ਤੋਂ ਹੀ ਸ਼ੁਰੂ ਹੋ ਜਾਂਦੇ ਆ, ਬਲਕਿ ਉਹ ਤੋਂ ਥੱਲਿਓਂ ਹੀ ਅਵੰਤੀਪੁਰਾ ਵਾਲੇ ਮੋੜ ਤੋਂ ਹੀ 2 ਰਾਹ ਨੇ, ਮਤਲਬ ਬਾਲਟਾਲ ਵਾਲਾ ਤੇ ਇਹ ਰਾਹ ਜਿਹੜਾ ਹੈਗਾ। ਹਾਂਜੀ। ਤੇ ਇਹ ਆਪੇ ਉਹਨਾਂ ਸਾਰੇ ਪ੍ਰਬੰਧਾਂ ਦੇ ਬਾਵਜੂਦ ਮੌਸਮ ਬਾਰੇ ਤਾਂ ਕੋਈ ਪੇਸ਼ੀਨਗੋਈ ਅੰਦਾਜ਼ੇ ਹੀ ਹੁੰਦੇ ਆ ਨਾ ਭਈ ਇੱਦਾਂ ਨਹੀਂ ਤਾਂ ਉੱਦਾਂ। ਪਰ ਹੁਣ ਜਿੱਦਾਂ ਜਿਹੜੀ ਇਹ ਦੁਖਦਾਈ ਘਟਨਾ ਵਾਪਰੀ ਆ, ਉਹ ਇਹਦਾ ਤਾਂ ਕਿਸੇ ਨੇ ਕੋਈ ਆਫਾ ਜਾਂ ਅੰਦਾਜ਼ਾ ਨਹੀਂ ਲਾਇਆ ਹੋਣਾ ਵੀ ਭਾਈ ਬਿਲਕੁਲ ਹੀ ਗੁਫਾ ਦੇ ਲਾਗੇ ਇਹ ਘਟਨਾ ਵਾਪਰੇਗੀ, ਹੈ ਨਾ। ਔਰ ਆਪਾਂ ਹੋਰ ਵੀ ਦੇਖੇ ਹੁੰਦੇ ਆ ਵੀ ਪਿਛਲੇ ਦਿਨੀ ਕਾਰ ਇੱਕ ਜਿਹੜੀ ਆ ਆਰਕੈਸਟਰਾ ਗਰੁੱਪ ਸੀਗਾ ਗੜਵਾਲ ਹਿਮਾਲਿਆ 'ਚੋਂ ਕਿਤੇ ਆਪਣਾ ਪ੍ਰੋਗਰਾਮ ਕਰਕੇ ਪਟਿਆਲੇ ਵੱਲ ਦੇ ਬੱਚੇ ਆ ਰਹੇ ਸੀ, ਉਹ ਪੁਲ ਤੋਂ ਦੀ ਲੰਘ ਰਹੇ ਸੀ। ਨਦੀ ਦਾ ਇੰਨਾ ਤੇਜ਼ ਵਹਾਅ ਸੀਗਾ ਵੀ ਕਾਰ ਰੁੜ ਕੇ ਲੈ ਗਈ ਆ। ਉਹਦੇ ਵਿੱਚ 4 ਮੌਤਾਂ ਹੁੰਦੀਆਂ ਨੇ, ਹੈ ਨਾ, ਔਰ ਉਹ ਪਟਿਆਲੇ ਦੇ ਨੌਜਵਾਨ ਆ ਮਰਨ ਵਾਲੇ। ਇਹ ਦੇਖੋ ਸ਼ਰਧਾ ਜਿਹੜੀ ਆ ਨਾ ਉਹਦੇ ਅੱਗੇ ਮੌਸਮ ਵਗੈਰਾ ਜਿਹੜੇ ਆ ਉਹ ਕੋਈ ਮਾਨੇ ਨਹੀਂ ਰੱਖਦੇ ਹੈਗੇ, ਹੈ ਨਾ, ਵੀ ਮੌਸਮ ਵਿਗੜਿਆ ਜਾਂ ਮੌਸਮ ਸਾਫ਼ ਆ ਜਾਂ ਮੌਸਮ ਕਿਵੇਂ ਆ। ਪਰ ਇਹੋ ਜਿਹੀਆਂ ਘਟਨਾਵਾਂ 'ਤੇ ਆਪਾਂ ਦੁੱਖ ਦਾ ਪ੍ਰਗਟਾਵਾ ਹੀ ਕਰ ਸਕਦੇ ਹਾਂ, ਇਹ ਤੋਂ ਜ਼ਿਆਦਾ ਕੁਛ ਨਹੀਂ। ਬਾਕੀ ਇਹਤਿਆਤ ਸਭ ਨੂੰ ਰੱਖਣੀ ਚਾਹੀਦੀ ਹੈ। ਜਿਹੜੇ ਵੀ ਯਾਤਰਾ ਤੇ ਠੀਕ ਆ ਵੀ ਖਰਾਬ ਮੌਸਮ ਦੇ ਵਿੱਚ ਜਿਹੜੀ ਯਾਤਰਾ ਨਹੀਂ ਕਰਨੀ ਚਾਹੀਦੀ, ਘੱਟੋ ਘੱਟ ਆਪਾਂ ਇੰਨੀ ਇਹਤਿਆਤ ਤਾਂ ਰੱਖ ਸਕਦੇ ਹਾਂ। ਤੇ ਕਈ ਲੋਕ ਕਾਲੇ ਪਏ ਹੁੰਦੇ ਨੇ, ਉਹਨਾਂ ਨੂੰ ਵੀ ਥੋੜਾ ਸਿਆਣਪ ਨਾਲ ਕੰਮ ਲੈਣਾ ਚਾਹੀਦਾ। ਆਸਥਾ ਆਪਣੀ ਥਾਂ, ਵਿਸ਼ਵਾਸ ਪਰਮਾਤਮਾ ਉਹ ਸਾਰਾ ਆਪਣੀ ਥਾਂ ਹੈ, ਸ਼ਰਧਾ ਆਪਣੀ ਥਾਂ ਹੈ, ਸਾਰਾ ਕੁਝ। ਜਦੋਂ ਤੱਕ ਰੈੱਡ ਸਿਗਨਲ ਮਿਲਿਆ ਹੋਇਆ ਗਵਰਨਮੈਂਟ ਵੱਲੋਂ ਰੁਕੇ ਰਹੋ, ਜਦੋਂ ਗ੍ਰੀਨ ਸਿਗਨਲ ਮਿਲੇਗਾ ਉਦੋਂ ਤੁਰਿਓ। ਬਿਲਕੁਲ। ਸੋ ਇੱਕ ਜਾਂਦੇ ਜਾਂਦੇ ਆਪਾਂ ਇੱਕ ਚੀਜ਼ ਨੂੰ ਟੱਚ ਕਰਾਂਗੇ ਕਿ ਪਿਛਲੇ ਦਿਨੀ ਆਪਾਂ ਦੇਖਿਆ ਸੀ ਗੈਸ ਸਿਲੰਡਰ ਮਹਿੰਗੇ ਹੋ ਗਏ, ਹੋਰ ਵੀ ਕਈ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਰਹੀਆਂ ਨੇ। ਸੋ ਉਹਦਾ ਲਾਈਫ ਦੇ ਉੱਤੇ, ਲਾਈਫ ਸਟਾਈਲ ਦੇ ਉੱਤੇ ਤਾਂ ਅਸਰ ਪੈਣਾ ਹੀ ਪੈਣਾ ਜੀ। ਸੋ ਆਮ ਲੋਕ ਸਿਰਫ ਇਹ ਸਾਰਾ ਦਿਨ ਬਜਟ ਹੀ ਬਣਾਉਂਦੇ ਰਹਿਣ ਕਿ ਇਸ ਮਹੀਨੇ ਕੁੜਤਾ ਸਵਾਵਾਂਗੇ ਤੇ ਪਜਾਮਾ ਅਗਲੇ ਮਹੀਨੇ ਸਵਾਵਾਂਗੇ। ਸੰਜੀਵ ਜੀ, ਸਰਕਾਰਾਂ ਨਾ ਜਿਹੜੀਆਂ ਜਦੋਂ ਲੋਕਾਂ ਦੇ ਹਿੱਤ ਜਿਹੜੇ ਆ ਨਾ ਉਹਨਾਂ ਨੂੰ ਧਿਆਨ 'ਚ ਰੱਖਣ ਲੱਗ, ਆਪਾਂ ਪਹਿਲਾਂ ਗੱਲ ਕਰਦੇ ਹਟੇ ਹਾਂ ਪਈ ਪਾਲਸੀਆਂ ਜਿਹੜੀਆਂ ਨਾ ਉਹ ਮੁਨਾਫਾ ਮੁਖੀ ਹੁੰਦੀਆਂ ਹੈਗੀਆਂ, ਹੈ ਨਾ। ਹਾਂਜੀ। ਤੇ ਮੁਨਾਫਾਖੋਰ ਜਿਹੜੇ ਆ ਉਹ ਦੁਨੀਆ ਨੂੰ ਚਲਾ ਰਹੇ ਆ। ਕਾਰਪੋਰੇਟ ਸੈਕਟਰ ਵੀ ਜਿਹੜਾ ਆ ਨਾ ਉਹ ਮੁਨਾਫਾ ਨੰਬਰ 1 ਤੇ ਰੱਖਦਾ। ਆਪਣਾ ਗੁਆਂਢੀ ਮੁਲਕ ਤੁਸੀਂ ਦੇਖ ਲਓ, ਸ਼੍ਰੀਲੰਕਾ, ਜਿਹਨੂੰ ਪਹਿਲਾਂ ਸਿਲੋਨ ਕਹਿੰਦੇ ਹੁੰਦੇ ਸੀ। ਰੇਡੀਓ ਸਿਲੋਨ ਤੋਂ ਲੋਕ ਗੀਤ ਵੀ ਸੁਣਦੇ ਸੀ ਬਹੁਤ, ਅੱਜ ਵੀ ਸੁਣਦੇ ਹੋਣਗੇ, ਪਰ ਇੱਕ ਜ਼ਮਾਨਾ ਸੀ ਰੇਡੀਓ ਸਿਲੋਨ ਦਾ ਬੜਾ ਨਾਮ ਮਸ਼ਹੂਰ ਸੀ। ਉੱਥੇ ਰਾਸ਼ਟਰਪਤੀ ਭਵਨ ਨੂੰ ਹੀ ਲੋਕਾਂ ਨੇ ਘੇਰ ਲਿਆ ਹੈਗਾ, ਰਜ਼ਾ ਪਕਸ਼ੇ ਨੂੰ ਦੌੜਨਾ ਪੈ ਗਿਆ ਹੈਗਾ ਉੱਥੋਂ, ਹੈ ਨਾ। ਤੇ ਜਿਹੜਾ ਬਿਲਕੁਲ ਕੰਗਾਲ ਹੋ ਗਿਆ ਮੁਲਕ। ਪਿਛਲੇ ਦਿਨੀ ਆਪਾਂ ਦੇਖਦੇ ਸੀਗੇ ਵੀ ਰਾਸ਼ਨਿੰਗ ਹੋ ਰਹੀ ਆ, ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਪੈਟਰੋਲ ਡੀਜ਼ਲ ਲਈ। ਮਹਿੰਗਾਈ ਜਿਹੜੀ ਆ ਉਹ ਮਤਲਬ ਗਲ
ਆ ਕੇ ਹੁਣ ਸਿਰ ਤੋਂ ਦੀ ਲੰਘ ਗਿਆ ਪਾਣੀ ਹੈ ਨਾ। ਪਾਰਾ ਟੁੱਟ ਗਿਆ, ਇੰਨੀ ਉੱਤੇ ਚਲੀ ਗਈ। ਹਾਂ, ਤੇ ਅੱਜ ਪੂਰਾ ਮੁਲਕ ਹੀ ਜਿਹੜਾ ਆ ਉਹ ਇਕੱਠਾ ਹੋ ਕੇ ਕਹਿ ਲਓ ਪਈ, ਜੋ ਆਪਾਂ ਤਸਵੀਰਾਂ ਦੇਖ ਰਹੇ ਹਾਂ ਟੀਵੀ ਦੇ ਉੱਤੇ, ਜੀ ਜੀ ਜੀ, ਪਈ ਪੂਰਾ ਸਮਝ ਲਓ ਪਈ ਮੁਲਕ ਇਕੱਠਾ ਹੋ ਕੇ ਰਾਸ਼ਟਰਪਤੀ ਭਵਨ ਵੱਲ ਨੂੰ ਹੋ ਤੁਰਿਆ, ਘੇਰ ਲਿਆ ਹੈਗਾ। ਤਾਂ ਜਦੋਂ ਫਿਰ ਜਿਹੜੀਆਂ ਸਰਕਾਰਾਂ ਆ, ਹਕੂਮਤਾਂ, ਉਹ ਲੋਕਾਂ ਦੀ ਸੁਣਵਾਈ ਨਹੀਂ ਕਰਨਗੀਆਂ, ਆਪਣਾ ਮੁਨਾਫਾ ਦੇਖਣਗੀਆਂ, ਨਿੱਜੀ ਮੁਨਾਫੇ ਦੇਖਣਗੇ, ਆਪਣੇ ਪਰਿਵਾਰਾਂ ਲਈ ਜਿਹੜਾ ਕੁਨਬਿਆਂ ਲਈ ਧਨ ਜੋੜਨਗੇ, ਬਿਲਕੁਲ ਸਹੀ ਗੱਲ। ਤਾਂ ਲੋਕਾਂ ਦੀ ਪਰਵਾਹ ਨਹੀਂ ਕਰਨਗੇ, ਤਾਂ ਫਿਰ ਇਦਾਂ ਦੇ ਹਾਲਾਤ ਪੈਦਾ ਹੁੰਦੇ ਆ ਜਿੱਦਾਂ ਦੇ ਆਪਣੇ ਹੁਣ ਸ਼੍ਰੀਲੰਕਾ 'ਚ ਪੈਦਾ ਹੋਏ ਨੇ। ਸੋ ਬੜੀ ਚਿੰਤਾ ਦੀ ਇਹ ਸਾਰੀ ਗੱਲ ਹੈ। ਇਹ ਸਾਡੇ ਲਈ, ਕਿਉਂਕਿ ਸਾਡਾ ਗੁਆਂਢੀ ਮੁਲਕ ਆ। ਪਹਿਲਾਂ ਆਪਾਂ ਦੇਖਦੇ ਹਾਂ ਵੀ ਲਿਬਰੇਸ਼ਨ ਟਾਈਗਰਸ ਆਫ ਤਾਲਮ ਇਲਮ ਜਿਹੜੇ ਆ, ਤੇ LTT ਜਿਹੜੇ ਆ, ਉਹ ਕਿੰਨੇ ਸਾਲ ਇਹ ਮੁਲਕ ਉਹਨਾਂ ਦੇ ਨਾਲ ਜੂਝਦਾ ਰਿਹਾ। ਬਿਲਕੁਲ। ਫਿਰ ਅੰਤ ਪ੍ਰਭਾਕਰਨ ਜਿਹੜੇ ਆ ਉਹ ਮਾਰੇ ਜਾਂਦੇ ਆ, ਜਿਹੜੇ ਆ ਹੋਰ ਯੂਰਪੀਅਨ ਦੇਸ਼ ਵਿੱਚ ਵਿਚੋਲਗਿਰੀ ਵੀ ਕਰਦੇ ਰਹੇ ਆ। ਆਪਾਂ ਇਦਾਂ ਵੀ ਸੁਣਦੇ ਹੁੰਦੇ ਸੀਗੇ ਵੀ ਜਾਂ ਅੱਜ ਤੱਕ ਆਪਾਂ ਜੋ ਦੇਖਦੇ ਆ ਵੀ ਚੀਨ ਜਿਹੜਾ ਉਹਦੇ ਕਿੰਨੇ ਪ੍ਰੋਜੈਕਟ ਉੱਥੇ ਚੱਲ ਰਹੇ ਆ, ਉਹ ਹੌਲੀ ਹੌਲੀ ਕਰਜ਼ੇ ਦੇ ਜਾਲ 'ਚ ਮੁਲਕ ਫਸ ਜਾਂਦਾ ਹੈ ਨਾ। ਤੇ ਉਹ ਇੰਨੀਆਂ ਮਹੀਨ ਤੰਦਾਂ ਹੁੰਦੀਆਂ ਉਸ ਕਰਜ਼ੇ ਦੀਆਂ ਵੀ ਉਹ ਨੰਗੀ ਅੱਖ ਨਾਲ ਨਹੀਂ ਦਿਸਦਾ ਹੈਗਾ। ਨੈਚੁਰਲ ਫਾਰਮਿੰਗ ਦਾ ਜਿਹੜਾ ਕਨਸੈਪਟ ਲੈ ਕੇ ਆਏ ਨੇ, ਜਿਹੜੀਆਂ ਉਹ ਪਾਲਿਸੀ ਅਪਣਾਈਆਂ ਨੇ, ਬਿਲਕੁਲ ਉਹ ਪਾਲਿਸੀ ਆਧਾਰ ਮੰਨਦੇ ਨੇ ਕਿ ਜੋ ਇਹ ਸਾਰੀ ਗੜਬੜ ਪੈਦਾ ਹੋਈ, ਕਿਉਂਕਿ ਉਹ ਟੋਟਲ ਫੇਲਰ ਹੋ ਗਈ ਨੈਚੁਰਲ ਫਾਰਮਿੰਗ। ਬਿਲਕੁਲ। ਸੋ ਉਸ ਚੀਜ਼ ਨੂੰ ਇਹ ਆਧਾਰ ਮੰਨਦੇ ਨੇ। ਹਾਲਾਂਕਿ ਗਵਰਨਮੈਂਟ ਆਫ ਇੰਡੀਆ ਨੇ ਬਹੁਤ ਮਦਦ ਵੀ ਕੀਤੀ ਹੈ, ਕਈ ਲੱਖਾਂ ਡਾਲਰ ਦਿੱਤੇ ਨੇ। ਬਿਲਕੁਲ, ਆਪਣਾ ਗੁਆਂਢੀ ਮੁਲਕ ਹੈ। ਬਿਲਕੁਲ, ਤੇਲ ਦੀ ਵੀ ਮਦਦ ਕੀਤੀ ਗਈ ਹੈ। ਬਿਲਕੁਲ। ਔਰ ਕਿਤੇ ਨਾ ਕਿਤੇ ਟ੍ਰੇਡਿੰਗ ਦੇ ਵਿੱਚ ਗੱਲ ਇਹ ਹੁੰਦੀ ਰਹੀ ਕਿ ਜਿਹੜੀ ਇਹਦੀ ਚਾਹ ਹੈ ਉਹ ਪੂਰੇ ਦੁਨੀਆ ਦੇ ਵਿੱਚ ਕਈ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ ਬੜੀ ਮਸ਼ਹੂਰ ਸੀ, ਹੋਰ ਕਈ ਮੁਲਕਾਂ 'ਚ ਬੜੀ ਮਸ਼ਹੂਰ ਸੀ। ਤਾਂ ਉਹ ਇੱਕ ਸਾਨੂੰ ਓਪਨ ਮਾਰਕੀਟ ਮਿਲਦੀ ਹੈ, ਇੰਡੀਆ ਆਪਣੀ ਚਾਹ ਸਪਲਾਈ ਕਰ ਸਕਦਾ, ਕਿਉਂਕਿ ਉੱਥੇ ਮਦਦ ਕਰ ਰਿਹਾ ਹੈ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ, ਇਨਸਾਨੀ ਆਧਾਰ ਦੇ ਉੱਤੇ, ਇਨਸਾਨੀਅਤ ਨੂੰ ਦਿਖਾਉਂਦੇ। ਉਹ ਵੱਖਰੀ ਗੱਲ ਆ, ਪਰ ਜਿੱਥੇ ਟ੍ਰੇਡ ਆ, ਜਿੱਥੇ ਵਪਾਰ ਹੈ, ਉੱਥੇ ਆਪਣਾ ਵਪਾਰ ਕਰੇ। ਵੈਕਿਊਮ ਮਿਲਦਾ ਪਿਆ, ਉੱਥੇ ਆਪਣੀ ਚਾਹ ਸਪਲਾਈ ਕਰੇ। ਹੋਰ ਵੀ ਜਿਹੜੀਆਂ ਚੀਜ਼ ਸ਼੍ਰੀਲੰਕਾ ਐਕਸਪੋਰਟ ਕਰਦਾ ਸੀ, ਉਹ ਚੀਜ਼ਾਂ ਦਾ ਵੈਕਿਊਮ ਮਿਲਦਾ ਪਿਆ, ਉਸ ਮਾਰਕੀਟ ਨੂੰ ਕੈਪਚਰ ਕਰਨ ਦੀ ਇੰਡੀਆ ਕੋਸ਼ਿਸ਼ ਕਰੇ। ਇਹ ਵੀ ਨੀਤੀ ਘਾੜੇ ਜਿਹੜੇ ਨੇ ਉਹ ਨਵੀਆਂ ਨੀਤੀਆਂ ਬਣਾ ਕੇ ਦੱਸਦੇ ਨੇ, ਪਰ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਅਸੀਂ ਉਹਨਾਂ ਦੀ ਮਦਦ ਵੀ ਕਰ ਰਹੇ ਹਾਂ। ਪਰ ਸਥਿਤੀ ਜਿਹੜੀ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਉੱਥੇ ਜੀ, ਔਰ ਉੱਥੇ ਫਿਰ ਉਹੀ ਗੱਲ ਆ ਜਾਏਗੀ, ਹਿਊਮਨ ਲਾਈਫ ਮੈਟਰਸ। ਬਿਲਕੁਲ, ਉਹ ਹਰ ਜਗ੍ਹਾ ਹੀ ਆਉਂਦੀ ਹੈ। ਸੋ ਟਾਈਮ ਆਲਸੋ ਮੈਟਰਸ ਜੀ। ਸੋ ਟਾਈਮ ਕਹਿੰਦਾ ਕਿ ਹੁਣ ਆਪਾਂ ਫਤਿਹ ਬੁਲਾਈਏ, ਆਗਿਆ ਲੈਣ ਦਾ ਵੇਲਾ ਆ ਗਿਆ, ਤੇ ਫਿਰ ਫਤਿਹ ਬੁਲਾਉਨੇ ਆ। ਤੇ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਅੱਜ ਲਈ ਇੰਨਾ ਹੀ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਔਰ ਤੁਸੀਂ ਦੱਸੋ ਕਿ ਹੋਰ ਤੁਸੀਂ ਕੀ ਕੁਝ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਤਾਂ ਕਿ ਉਹਦੀ ਸ਼ਮੂਲੀਅਤ ਵੀ ਕੀਤੀ ਜਾਵੇ। ਫਿਰ ਨੈਕਸਟ ਐਪੀਸੋਡਸ ਦੇ ਵਿੱਚ ਮਿਲਦੇ ਹਾਂ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।